ਗੁੱਡ ਮਾਰਨਿੰਗ ਆਦਾ ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ, ਵੈਲਕਮ ਟੂ ਪੰਜਾਬ ਅਕੈਡਮੀ ਆਨਲਾਈਨ। ਅੱਜ ਆਪਣਾ ਜਿਹੜਾ ਸੈਸ਼ਨ ਨਵਾਂ ਸਬਜੈਕਟ ਜਿਹੜਾ ਰਹੂਗਾ ਪੋਲਿਟੀ ਰਹੂਗਾ। ਇਹਦੇ ਜਿਹੜੇ ਜਿੰਨੇ ਵੀ ਹੈਗੇ ਨੇ ਮੈਂ ਮੇਨ ਚੀਜ਼ਾਂ ਤੁਹਾਨੂੰ ਕਰਵਾਵਾਂਗਾ। ਆਰਟੀਕਲ 51 ਏ ਤੱਕ ਕਰਾਂਗੇ, ਪਾਰਟ 4th ਏ ਤੱਕ ਆਪਾਂ ਜਿਹੜਾ ਹੈਗਾ ਇਸ ਨੂੰ ਲੈ ਕੇ ਜਾਵਾਂਗੇ। ਤੇ ਪਾਰਟ 4th ਏ ਤੱਕ ਹੀ ਜਿੰਨੇ ਅੱਜ ਤੱਕ ਜਿੰਨੇ ਕੁਐਸਚਨ ਦੇਖੇ ਗਏ ਨੇ, ਭਾਵੇਂ ਦੀ ਉਹ ETT ਬੇਸਡ ਹੋਣ, ਭਾਵੇਂ ਦੀ ਹੋਰ ਜਿੰਨੇ ਵੀ ਐਗਜ਼ਾਮ ਹੋਏ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਆਏ ਨੇ। ਤਾਂ ਜਿੰਨੀਆਂ ਵੀ ਚੀਜ਼ਾਂ ਆਪਾਂ ਦੇਖਾਂਗੇ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈਗਾ, ਸੁਣਨਾ ਹੈਗਾ। ਅੱਛਾ, ਗੱਲ ਕੀ ਕੀਤੀ ਜਾਂਦੀ ਇੰਡੀਅਨ ਪੋਲਿਟੀ ਐਂਡ ਕੰਸਟੀਟਿਊਸ਼ਨ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਜਨੀਤੀ ਕੀ ਹੈ। ਇੰਡੀਅਨ ਪੋਲਿਟੀ ਅਤੇ ਕੰਸਟੀਟਿਊਸ਼ਨ ਕੀ ਹੈ। ਇੱਕ ਪਾਸੇ ਸਰਕਾਰ ਹੁੰਦੀ ਹੈ, ਦੂਜੇ ਪਾਸੇ ਇੰਡੀਅਨ ਕੰਸਟੀਟਿਊਸ਼ਨ ਹੁੰਦਾ ਹੈਗਾ। ਇੱਕ ਪਾਸੇ ਕੀ ਹੈ, ਭਾਰਤੀ ਸਰਕਾਰ ਹੈ, ਇੰਡੀਅਨ ਗੌਰਮੈਂਟ ਹੈ, ਜਿਹਦੇ ਵਿੱਚ ਯੂਨੀਅਨ ਗੌਰਮੈਂਟ ਤੇ ਸਟੇਟ ਗੌਰਮੈਂਟ ਆਉਂਦੀ ਹੈ, ਲੀਗਲ ਗੌਰਮੈਂਟ ਆਉਂਦੀ ਹੈ। ਲੀਗਲ ਮਤਲਬ ਕਿ ਸੁਪਰੀਮ ਕੋਰਟ, ਹਾਈ ਕੋਰਟ ਵਗੈਰਾ, ਉਹ ਸਾਰੀਆਂ ਚੀਜ਼ਾਂ ਕਾਹਦੇ ਵਿੱਚ ਆਉਂਦੀਆਂ ਨੇ? ਉਹ ਆਉਂਦੀਆਂ ਨੇ ਜੀ ਭਾਰਤੀ ਰਾਜਨੀਤੀ, ਇੰਡੀਅਨ ਪੋਲਿਟੀ ਦੇ ਵਿੱਚ। ਤੇ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਭਾਰਤੀ ਸੰਵਿਧਾਨ ਦੇ ਵਿੱਚ ਆਉਂਦੇ ਨੇ ਫੰਡਾਮੈਂਟਲ ਰਾਈਟ, DPSP, ਫੰਡਾਮੈਂਟਲ ਡਿਊਟੀਜ਼। ਇਹ ਸਾਰੀਆਂ ਚੀਜ਼ਾਂ ਕਾਹਦੇ ਚ ਆਉਂਦੀਆਂ ਨੇ? ਸਿਟੀਜ਼ਨਸ਼ਿਪ, ਇਹ ਸਾਰੀਆਂ ਚੀਜ਼ਾਂ ਕਿਹਦੇ ਚ ਆਉਂਦੀਆਂ ਨੇ? ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਆਉਂਦੀਆਂ ਨੇ। ਦੇਖੋ ਦੋਨੇ ਚੀਜ਼ਾਂ ਪੈਰਲਲ ਚੱਲਦੀਆਂ ਨੇ। ਪੈਰਲਲ ਕਿਹਦੇ ਬੇਸ ਤੇ ਚੱਲਣਗੀਆਂ? ਇੰਡੀਅਨ ਕੰਸਟੀਟਿਊਸ਼ਨ ਦੇ ਬੇਸ ਤੇ ਚੱਲਣਗੀਆਂ। ਭਾਰਤੀ ਸੰਵਿਧਾਨ ਦੇ ਬੇਸ ਤੇ ਇੰਡੀਅਨ ਗੌਰਮੈਂਟ ਜਿਹੜੀ ਹੈਗੀ ਆ ਪੈਰਲਲ ਚੱਲੂਗੀ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇੰਡੀਅਨ ਕੰਸਟੀਟਿਊਸ਼ਨ ਦੀ। ਇੰਡੀਅਨ ਕੰਸਟੀਟਿਊਸ਼ਨ ਭਾਰਤੀ ਸੰਵਿਧਾਨ ਜਿਹੜਾ ਹੈਗਾ, ਭਾਰਤੀ ਸੰਵਿਧਾਨ ਜਿਹੜਾ ਹੈਗਾ ਇੰਪਲੀਮੈਂਟ ਅਡਾਪਟ ਕਦੋਂ ਕੀਤਾ ਗਿਆ ਸੀਗਾ? ਤੇ ਇਹ ਆਪਾਂ ਜ਼ਰੂਰ ਯਾਦ ਰੱਖਣਾ ਹੈ ਕਿ ਅਡਾਪਟ ਕਦੋਂ ਕੀਤਾ ਗਿਆ ਸੀ। 26 ਨਵੰਬਰ 1949 ਨੂੰ ਇਹਨੂੰ ਅਡਾਪਟ ਕੀਤਾ ਗਿਆ ਸੀਗਾ ਜੀ। ਤੇ ਇੰਪਲੀਮੈਂਟ ਲਾਗੂ ਕਦੋਂ ਹੋਇਆ ਭਾਰਤ ਦੇ ਵਿੱਚ? 26 ਜਨਵਰੀ 1950 ਨੂੰ ਅਡਾਪਟ ਕੀਤਾ ਗਿਆ, 26 ਨਵੰਬਰ 1949 ਨੂੰ। ਤੇ ਇੰਪਲੀਮੈਂਟ ਲਾਗੂ ਕਦੋਂ ਹੋ ਗਿਆ? 26 ਜਨਵਰੀ 1950 ਨੂੰ ਦੇਸ਼ ਦੇ ਵਿੱਚ ਲਾਗੂ ਹੋ ਗਿਆ ਸੀਗਾ। ਭਾਰਤੀ ਕੰਸਟੀਟਿਊਸ਼ਨ ਜਾਂ ਭਾਰਤੀ ਸੰਵਿਧਾਨ ਕੀ ਹੈ? ਭਾਰਤੀ ਸੰਵਿਧਾਨ ਇੱਕ ਲੀਗਲ ਡਾਕੂਮੈਂਟ ਹੈ ਜਿਸ ਰਾਹੀਂ ਕੀ ਹੈ, ਜਿਹਦੇ ਵਿੱਚ ਸਾਰੇ ਰੂਲ ਐਂਡ ਰੈਗੂਲੇਸ਼ਨ ਲਿਖੇ ਹੋਏ ਨੇ। ਭਾਰਤੀ ਸੰਵਿਧਾਨ ਦੇ ਕਿੰਨੇ ਪਾਰਟ ਨੇ? ਆ ਤੁਹਾਨੂੰ ਮੋਸਟਲੀ ਬਹੁਤ ਵਾਰ ਪੁੱਛਿਆ ਜਾਂਦਾ, ਭਾਰਤੀ ਸੰਵਿਧਾਨ ਦੇ ਕਿੰਨੇ ਪਾਰਟ ਨੇ? NCERT ਦੀ ਬੁੱਕ ਦੇ ਅਧੀਨ ਆਪਾਂ 22 ਪਾਰਟ ਪੜ੍ਹਦੇ ਹਾਂ। ਹੁਣ ਕਿੰਨੇ ਹੋ ਚੁੱਕੇ ਨੇ ਜੀ? 25 ਹੋ ਚੁੱਕੇ ਨੇ। ਆਰਟੀਕਲ, ਅਨੁਛੇਦ ਜਿਹਨੂੰ ਬੋਲਦੇ ਆ, ਪਹਿਲਾਂ ਕਿੰਨੇ ਸੀਗੇ? NCERT ਦੇ ਹਿਸਾਬ ਨਾਲ ਆਪਾਂ 395 ਪੜ੍ਹਦੇ ਆ, ਪਰ ਹੁਣ ਕਿੰਨੇ ਹੋ ਚੁੱਕੇ ਨੇ ਜੀ? 470 ਤੋਂ ਉੱਪਰ ਹੋ ਚੁੱਕੇ ਨੇ। ਸ਼ਡਿਊਲ, ਅਨੁਸੂਚੀਆਂ ਜਿਹਨੂੰ ਕਹਿੰਦੇ ਆ, ਤਾਂ ਕਿੰਨੀਆਂ ਸੀਗੀਆਂ ਜੀ? ਪਹਿਲਾਂ 8 ਸੀਗੀਆਂ, ਹੁਣ ਕਿੰਨੀਆਂ ਹੋ ਚੁੱਕੀਆਂ ਨੇ ਜੀ? 12 ਹੋ ਚੁੱਕੀਆਂ ਨੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਭਾਰਤੀ ਸੰਵਿਧਾਨ ਬਾਰੇ ਸੀ। ਅੱਛਾ, ਕੁਝ ਚੀਜ਼ਾਂ ਇਦਾਂ ਦੀਆਂ ਨੇ ਜੋ ਭਾਰਤੀ ਸੰਵਿਧਾਨ ਦੇ ਵਿੱਚ ਲਿਖੀਆਂ ਨਹੀਂ ਹੋਈਆਂ ਪਰ ਭਾਰਤੀ ਸੰਵਿਧਾਨ ਦੇ ਵਿੱਚ ਲਾਗੂ ਨੇ। ਉਹ ਕਿਹੜੀਆਂ ਕਿਹੜੀਆਂ ਨੇ? ਰਾਈਟ ਟੂ ਐਜੂਕੇਸ਼ਨ ਐਕਟ 2009 ਦੇ ਵਿੱਚ ਆਇਆ ਸੀ, 2010 ਦੇ ਵਿੱਚ ਲਾਗੂ ਹੋ ਗਿਆ ਸੀ। ਰਾਈਟ ਟੂ ਐਜੂਕੇਸ਼ਨ, ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ, ਉਹ ਐਕਟ ਜਿਹੜਾ ਹੈਗਾ 2009 ਦੇ ਵਿੱਚ ਸਰਕਾਰ ਲੈ ਕੇ ਆਈ ਸੀ ਤੇ 2010 ਦੇ ਵਿੱਚ ਕੀ ਹੈ, ਉਸ ਨੂੰ ਲਾਗੂ ਕਰ ਦਿੱਤਾ ਸੀਗਾ ਪੂਰੇ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਸੀਗਾ ਰਾਈਟ ਟੂ ਇਨਫੋਰਮੇਸ਼ਨ ਐਕਟ। ਕਹਿਣ ਦਾ ਮਤਲਬ ਕੀ ਹੈ? ਸੂਚਨਾ ਦਾ ਅਧਿਕਾਰ। ਜਿਹੜੀਆਂ ਰਿਟ ਵਗੈਰਾ ਲਾਉਣੇ ਆ ਨਾ, ਆ ਜਿਹੜਾ ਕੱਲ ਤੁਸੀਂ ਰਿਟ ਵਾਲਾ ਇੱਕ ਲੈਟਰ ਆਇਆ ਉਹ ਵੀ ਪੜ੍ਹਿਆ ਹੋਊਗਾ, ਠੀਕ ਹੈ ਨਾ ਜੀ। ਤਾਂ ਉਹ ਜਿਹੜੀਆਂ ਰਿਟਸ 5 ਤਰ੍ਹਾਂ ਦੀਆਂ ਰਿਟਸ ਹੁੰਦੀਆਂ ਨੇ, ਮੈਂ ਕਰਵਾਵਾਂਗਾ। ਤਾਂ ਰਿਟ ਦਾ ਅਧਿਕਾਰ ਜਾਂ ਰਾਈਟ ਟੂ ਇਨਫੋਰਮੇਸ਼ਨ, RTI ਦਾ ਅਧਿਕਾਰ ਜਿਹੜਾ ਹੈਗਾ 2005 ਦੇ ਵਿੱਚ ਆਇਆ ਸੀ ਤੇ 12 ਅਕਤੂਬਰ 2005 ਨੂੰ ਇਹ ਲਾਗੂ ਹੋ ਗਿਆ ਸੀਗਾ ਪੂਰੇ ਭਾਰਤ ਦੇ ਵਿੱਚ। ਉਸ ਤੋਂ ਬਾਅਦ ਹੈ CAA, ਨਾਗਰਿਕਤਾ ਕਾਨੂੰਨ ਜਿਹੜਾ ਹੈਗਾ, ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਹੈਗਾ ਜੀ, ਨਾਗਰਿਕਤਾ ਕਾਨੂੰਨ ਆਇਆ ਸੀਗਾ, ਆਰਟੀਕਲ 11 ਦੇ ਵਿੱਚ ਹੈ, ਠੀਕ ਹੈ ਜੀ। ਆਪਾਂ ਇਹ ਆਰਟੀਕਲ ਵੀ ਕਰਾਂਗੇ। ਤਾਂ 2019 ਦੇ ਵਿੱਚ ਇਹ ਆਇਆ ਸੀ, 2020 ਦੇ ਵਿੱਚ ਇਹਨੂੰ ਪਾਸ ਕਰ ਦਿੱਤਾ ਗਿਆ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਹੈਗੇ ਆ ਥੋੜ੍ਹੇ ਜਿਹੇ ਆਰਟੀਕਲ, ਜਿਹੜੇ ਲੇਟੈਸਟ ਆਰਟੀਕਲ, ਇਹਨਾਂ ਬਾਰੇ ਗੱਲ ਕਰਾਂਗੇ। ਜਿਹੜੇ ਹੈਗੇ ਆ ਅਮੈਂਡਮੈਂਟ ਬਾਰੇ ਗੱਲ ਕਰਾਂਗੇ ਆਪਾਂ। ਅਮੈਂਡਮੈਂਟ ਇੱਥੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਅਮੈਂਡਮੈਂਟ ਜਿਹਨੂੰ ਆਪਾਂ ਸ਼ੋਧ ਕਹਿ ਦਿੰਦੇ ਆ, ਉਹ ਕਿੰਨੀਆਂ ਨੇ? 104 ਨੇ ਜੀ। ਹੁਣ ਤੱਕ ਕਿੰਨੀਆਂ ਅਮੈਂਡਮੈਂਟ ਹੋਈਆਂ ਨੇ? 104 ਅਮੈਂਡਮੈਂਟ ਹੋ ਚੁੱਕੀਆਂ ਨੇ। ਤਾਂ ਮੈਂ ਲੇਟੈਸਟ ਜਿਹੜੀਆਂ 4 ਹੋਈਆਂ ਨੇ ਉਹਦੇ ਬਾਰੇ ਤੁਹਾਨੂੰ ਦੱਸਾਂਗਾ। ਸਭ ਤੋਂ ਪਹਿਲਾਂ ਗਈ 104th CAA,
ਠੀਕ ਹੈ। ਕਨਸਟੀਟਿਊਸ਼ਨਲ ਅਮੈਂਡਮੈਂਟ ਜਿਹਨੂੰ ਕਹਿੰਦੇ ਆ ਕਨਸਟੀਟਿਊਸ਼ਨਲ ਅਮੈਂਡਮੈਂਟ, ਇਹ ਆਰਟੀਕਲ 334 ਦੇ ਅਧੀਨ ਆਉਂਦੀ ਹੈ ਜੀ। ਇਸ ਆਰਟੀਕਲ ਦੇ ਵਿੱਚ ਸੀਟਾਂ ਦਾ ਰਾਖਵੀਕਰਨ ਜਿਹੜਾ ਹੈਗਾ ਕੀਤਾ ਜਾਂਦਾ ਗਾ। ਕਹਿਣ ਦਾ ਮਤਲਬ ਕੀ ਹੈ, SC ਐਂਡ ST ਕੈਟਾਗਰੀ ਦੀ ਜਿਹੜੀਆਂ, ਦੇਖੋ ਹਰ ਜਦੋਂ ਭਾਰਤੀ ਸੰਵਿਧਾਨ ਬਣਿਆ ਸੀ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਡਾਕਟਰ ਜਵਾਹਰ ਲਾਲ ਨਹਿਰੂ ਕਹਿੰਦਾ ਵੀ ਕਿਹਦੇ ਕੋਲੇ ਮਿਲਿਆ ਸੀਗਾ ਜਾ ਕੇ, ਸਭ ਤੋਂ ਪਹਿਲਾਂ ਤਾਂ ਜਾ ਕੇ ਉਹ ਮਿਲਿਆ ਸੀਗਾ ਡਾਕਟਰ ਵੀ ਆਰ ਅੰਬੇਦਕਰ ਨੂੰ। ਡਾਕਟਰ ਵੀ ਆਰ ਅੰਬੇਦਕਰ ਨੂੰ ਸ਼ਿਮਲੇ ਮੀਟਿੰਗ ਹੋਈ ਸੀਗੀ ਜੀ, ਠੀਕ ਹੈ। ਸ਼ਿਮਲਾ ਦੇ ਵਿੱਚ ਮੀਟਿੰਗ ਹੋਈ ਸੀ ਤੇ ਸ਼ਿਮਲੇ ਮੀਟਿੰਗ ਹੋਣ ਤੇ ਉਪਰੰਤ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਸੀ ਤਾਂ ਉਹਦੇ ਦੁਆਰਾ ਇੱਕ ਪ੍ਰਸਤਾਵ ਰੱਖਿਆ ਗਿਆ, ਜਿਹੜਾ ਹੈਗਾ ਡਾਕਟਰ ਵੀ ਆਰ ਅੰਬੇਦਕਰ ਨੂੰ। ਉਸ ਸਮੇਂ ਬੰਦੇ ਨੇ 32 ਡਿਗਰੀਆਂ ਲਾਅ ਦੀਆਂ ਕੀਤੀਆਂ ਹੋਈਆਂ ਸੀਗੀਆਂ ਜੀ। ਬੰਦਾ ਕਾਫੀ ਇੰਟੈਲੀਜੈਂਟ ਸੀਗਾ, ਘਰੋਂ ਬਹੁਤ ਜ਼ਿਆਦਾ ਗਰੀਬ ਸੀ, ਠੀਕ ਹੈ ਜੀ, ਬਹੁਤ ਹੀ ਜ਼ਿਆਦਾ ਜਿਹੜੇ ਗਰੀਬ ਸੀਗੇ ਡਾਕਟਰ ਵੀ ਆਰ ਅੰਬੇਦਕਰ ਜੀ। ਤੇ ਇਹਨਾਂ ਨੇ 32 ਡਿਗਰੀਆਂ ਲਾਅ ਦੀਆਂ ਕੀਤੀਆਂ ਹੋਈਆਂ ਸੀ, ਘਰ ਦੀ ਕੰਡੀਸ਼ਨ ਵੀ ਠੀਕ ਠਾਕ ਸੀਗੀ। ਤੇ ਉਸ ਤੋਂ ਬਾਅਦ ਜਦੋਂ ਸਭ ਤੋਂ ਪੜ੍ਹੇ ਲਿਖੇ ਜ਼ਿਆਦਾ ਇਨਸਾਨ ਹੋਣ ਕਰਕੇ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਮੀਟਿੰਗ ਕੀਤੀ ਵੀ ਜਿਹੜਾ ਹੈਗਾ ਤੁਹਾਡੇ ਵੱਲੋਂ ਕੀ ਹੈ ਸੰਵਿਧਾਨ ਲਿਖਿਆ ਜਾਣਾ ਹੈ। ਤਾਂ ਉਹਨਾਂ ਨੇ ਇੱਕ ਸ਼ਰਤ ਰੱਖੀ, ਕਹਿੰਦਾ ਵੀ ਸੰਵਿਧਾਨ ਠੀਕ ਹੈ ਮੈਂ ਲਿਖ ਦੇਵਾਂਗਾ, ਪਰ ਮੇਰੀਆਂ ਕੁਝ ਸ਼ਰਤਾਂ ਨੇ ਉਹ ਜਿਹੜੀਆਂ ਹੈਗੀਆਂ ਤੁਹਾਨੂੰ ਮੰਨਣੀਆਂ ਪੈਣਗੀਆਂ। ਉਹਨਾਂ ਨੇ ਸ਼ਰਤਾਂ ਦੱਸੀਆਂ। ਉਹ ਸ਼ਰਤਾਂ ਦੇ ਵਿੱਚ ਕੀ ਸੀਗਾ, ਉਹਨਾਂ ਨੇ ਕਿਹਾ ਕਿ ਮੈਂ ਸੰਵਿਧਾਨ ਲਿਖ ਦਾਂਗਾ ਕੋਈ ਚੱਕਰ ਨਹੀਂ, ਪਰ ਉਹਦੇ ਵਿੱਚ ਇਹ ਹੈ ਕਿ ਜਿਹੜੀ ਸ਼ਡਿਊਲ ਕਾਸਟਡ ਏਰੀਏ ਨੇ, SC ਕੈਟਾਗਰੀ ਦੇ ਲੋਕ ਨੇ, ਜਿਹੜੇ ਗਰੀਬ ਵਰਗ ਦੇ ਲੋਕ ਨੇ, ਉਹਨਾਂ ਨੂੰ ਰਾਖਵਾ ਕਰਨ ਜਾਂ ਉਹਨਾਂ ਨੂੰ ਹਰ ਇੱਕ ਕੋਟਾ ਸਿਸਟਮ ਦਿੱਤਾ ਜਾਊਗਾ, ਠੀਕ ਹੈ ਜੀ। ਜਿਹੜਾ ਕੋਟਾ ਸਿਸਟਮ ਜਿੱਥੋਂ ਲਾਗੂ ਹੋਇਆ ਤਾਂ ਉਹ ਕਿਹਦੀ ਦੇਣ ਹੈ ਜੀ, ਡਾਕਟਰ ਵੀ ਆਰ ਅੰਬੇਦਕਰ ਜੀ ਦੀ ਦੇਣ ਹੈ, ਠੀਕ ਹੈ। ਤਾਂ ਫਾਦਰ ਆਫ ਇੰਡੀਅਨ ਕਨਸਟੀਟਿਊਸ਼ਨ ਵੀ ਡਾਕਟਰ ਵੀ ਆਰ ਅੰਬੇਦਕਰ ਜੀ ਨੂੰ ਕਿਹਾ ਜਾਂਦਾ ਹੈਗਾ। ਤਾਂ ਉਹ ਜਿਹੜਾ ਰਾਖਵਾਕਰਨ ਸੀਗਾ ਉਹਨਾਂ ਨੇ ਫਾਈਨਲ ਉਹਨਾਂ ਦੀ ਜਿਹੜੀ ਉਹ ਸ਼ਰਤ ਸੀ ਮੰਨ ਲਈ, ਪਰ ਉਹਨਾਂ ਦੀਆਂ ਇਹ ਕਹਿਣਾ ਸੀਗਾ, ਕਹਿੰਦਾ ਵੀ ਇਹ ਤੁਹਾਡੀ ਸ਼ਰਤ ਜਿਹੜੀ ਹੈਗੀ ਹੈ ਮੰਨ ਲੈਂਦੇ ਆ, ਪਰ ਇਹ ਡਿਪੈਂਡ ਹੋਊਗਾ 10 ਸਾਲਾਂ ਵਾਸਤੇ ਇਹ ਕੀ ਕੀਤਾ ਜਾਊਗਾ, ਵੈਲਿਡ ਹੋਊਗਾ। ਤਾਂ ਅਗਲੇ 10 ਸਾਲ ਬਾਅਦ ਕੀ ਕੀਤਾ ਜਾਊਗਾ ਦੂਸਰੀ ਸਰਕਾਰ ਤੇ ਡਿਪੈਂਡ ਹੋਊਗਾ ਕਿ ਇਹਨੂੰ ਲਾਗੂ ਕਰਨਾ ਹੈ ਜਾਂ ਨਹੀਂ ਕਰਨਾ, ਉਹ ਅਗਲੀ ਸਰਕਾਰ ਤੇ ਲਾਗੂ ਹੋਵੇਗਾ। ਤਾਂ ਇਹ ਫਾਈਨਲੀ ਜਿਹੜਾ ਹੈਗਾ ਸੀਗਾ, ਇਹ ਜਿਹੜੀ ਸ਼ਰਤ ਹੈਗੀ ਸੀਗੀ ਰੱਖੀ ਗਈ ਸੀ ਡਾਕਟਰ ਵੀ ਆਰ ਅੰਬੇਦਕਰ ਜੀ ਦੁਆਰਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੁਆਰਾ ਕੀ ਕੀਤਾ ਗਿਆ ਸੀ, ਇਹਨੂੰ ਮੰਨ ਲਿਆ ਗਿਆ ਸੀਗਾ। ਤੇ 10 ਸਾਲ ਵਾਸਤੇ ਜਿਹੜਾ ਹੈਗਾ ਰਾਖਵਾਕਰਨ ਜਿਹੜੀਆਂ ਸੀਟਾਂ ਨੇ ਉਹ ਰੱਖ ਦਿੱਤੀਆਂ ਗਈਆਂ ਸੀ, ਦੂਸਰੀ ਗੌਰਮੈਂਟ ਤੇ ਡਿਪੈਂਡ ਹੁੰਦਾ। ਤਾਂ 104 ਅਮੈਂਡਮੈਂਟ ਸੰਵਿਧਾਨ ਸੰਸ਼ੋਧਨ ਹੋਇਆ ਸੀਗਾ, 104 ਜਿਹੜਾ ਆਰਟੀਕਲ 334 ਦੇ ਅੰਡਰ ਆਉਂਦਾ ਹੈਗਾ। ਤਾਂ ਉਹਦੇ ਅੰਡਰ ਕੀ ਕੀਤਾ ਗਿਆ ਸੀਗਾ, ਇਸ ਨੂੰ 10 ਸਾਲ ਲਈ ਹੋਰ ਵਧਾ ਦਿੱਤਾ ਗਿਆ ਸੀਗਾ, ਠੀਕ ਹੈ ਜੀ। 10 ਸਾਲ ਲਈ ਹੋਰ ਵਧਾ ਦਿੱਤਾ ਗਿਆ ਸੀਗਾ। ਤੇ ਕਦੋਂ ਵਧਾਇਆ ਗਿਆ ਸੀਗਾ, 25 ਜਨਵਰੀ 2020 ਨੂੰ ਇਹਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਹੁਣ 25 ਜਨਵਰੀ 2000 ਠੀਕ ਹੈ 30 ਦੇ ਵਿੱਚ ਇਹਨੂੰ ਦੁਬਾਰਾ ਕੀ ਕੀਤਾ ਜਾਊਗਾ, ਐਕਸਟੈਂਡ ਕੀਤਾ ਜਾਊਗਾ। ਉਹ ਆਉਣ ਵਾਲੀ ਗੌਰਮੈਂਟ ਤੇ ਡਿਪੈਂਡ ਹੁੰਦਾ ਹੈ, ਉਹ ਐਕਸਟੈਂਡ ਕਰਨਾ ਚਾਹੁੰਦੀ ਹੈ ਤਾਂ ਕਰ ਸਕਦੀ ਹੈ, ਨਹੀਂ ਕਰਨਾ ਚਾਹੁੰਦੀ ਤਾਂ ਜਿਹੜੀ ਹੈਗੀ ਹੈ ਲੋਕ ਸਭਾ ਦੇ ਵਿੱਚ ਇਹਨੂੰ ਬਕਾਇਦਾ ਬਿੱਲ ਪਾਸ ਹੁੰਦਾ। ਉਸ ਤੋਂ ਬਾਅਦ ਬਿੱਲ ਦੇ ਉੱਪਰ ਡਿਬੇਟ ਹੁੰਦੀ ਹੈ, ਡਿਬੇਟ ਹੋਣ ਤੋਂ ਬਾਅਦ ਬਿੱਲ ਦੇ ਉੱਪਰ ਜਿਹੜਾ ਹੈਗਾ ਪ੍ਰਸਤਾਵ ਰੱਖਿਆ ਜਾਂਦਾ, ਵੋਟਾਂ ਪਵਾਈਆਂ ਜਾਂਦੀਆਂ। ਉਸ ਤੋਂ ਬਾਅਦ ਇਸ ਚੀਜ਼ ਨੂੰ ਫਾਈਨਲ ਜਿਹੜਾ ਹੈਗਾ ਰਿਜ਼ਲਟ ਨਿਕਲ ਕੇ ਆਉਂਦਾ, ਉਹ ਡਿਪੈਂਡ ਕਰਦਾ ਆਉਣ ਵਾਲੀ ਗੌਰਮੈਂਟ ਦੇ ਉੱਪਰ, ਠੀਕ ਹੈ ਜੀ। ਤਾਂ ਇਹ ਜਿਹੜੀਆਂ ਚੀਜ਼ਾਂ ਸਮਝ ਗਏ। ਤਾਂ ਕਹਿੰਦਾ 104 ਅਮੈਂਡਮੈਂਟ ਹੋਈ ਸੀਗੀ, ਕਿਹਦੇ ਰਿਲੇਟਡ ਸੀਗਾ, ਸੀਟਾਂ ਦਾ ਰਾਖਵੀਕਰਨ ਦੇ ਵਿੱਚ ਸੀਗਾ ਕਿ SC ਐਂਡ ST ਕੈਟਾਗਰੀ ਦੀਆਂ ਸੀਟਾਂ ਨੂੰ 10 ਸਾਲ ਲਈ ਹੋਰ ਵਧਾ ਦਿੱਤਾ ਗਿਆ ਸੀ। ਇੱਕ ਹੁੰਦਾ ਸੀ ਇੰਡੀਅਨ ਐਂਗਲੋ ਜਿਹੜੇ ਲੋਕ ਯੂਰਪ ਦੇ ਵਿੱਚੋਂ ਜਿਹੜੇ ਹੈਗੇ ਆ ਕੇ ਇੰਡੀਆ ਦੇ ਵਿੱਚ ਰਹਿੰਦੇ ਸੀ, ਉਹ ਵੀ ਕੀ ਕਰ ਸਕਦੇ ਸੀ, ਸੀਟਾਂ ਲੜ ਸਕਦੇ ਸੀ। ਤਾਂ ਉਹਨਾਂ ਦੀਆਂ ਸੀਟਾਂ ਦਾ ਜਿਹੜਾ ਹੈਗਾ 104 ਅਮੈਂਡਮੈਂਟ ਦੇ ਅਧੀਨ ਕੀ ਕੀਤਾ ਗਿਆ ਜੀ, ਖਤਮ ਕਰ ਦਿੱਤੀਆਂ ਗਈਆਂ ਨੇ ਜੀ। ਤਾਂ 103 ਅਮੈਂਡਮੈਂਟ ਜਿਹੜੀ ਹੋਈ ਸੀ, 103 ਸੰਵਿਧਾਨ ਸੰਸ਼ੋਧਨ ਹੋਇਆ ਸੀ 2019 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਗਿਆ ਸੀਗਾ, ਜਰਨਲ ਕੈਟਾਗਰੀ ਨੂੰ 10% ਕੋਟਾ ਸਿਸਟਮ ਦਿੱਤਾ ਗਿਆ ਸੀ, ਜਿਹਨੂੰ ਕਹਿੰਦੇ ਆਪਾਂ EWS ਇਕਨੋਮਿਕਲ ਵੀਕਰ ਸੈਕਸ਼ਨ, ਠੀਕ ਹੈ ਜੀ। ਇਕਨੋਮਿਕ ਵੀਕਰ ਸੈਕਸ਼ਨ ਜਿਹੜੇ ਕਹਿੰਦੇ ਆਪਾਂ, ਉਹਦੇ ਵਿੱਚ ਕੀ ਸੀਗਾ ਕਿ 10% ਜਿਹੜਾ ਹੈਗਾ ਜਰਨਲ ਕੈਟਾਗਰੀ ਨੂੰ ਕੋਟਾ ਸਿਸਟਮ ਦਿੱਤਾ ਗਿਆ ਸੀ ਕਿ 10% ਤੁਸੀਂ ਹਰੇਕ ਪੋਸਟ ਦੇ ਵਿੱਚ ਅਪਲਾਈ ਕਰ ਸਕਦੇ ਹੋ। ਜਿਵੇਂ ਹੁਣ 8393 ਪੋਸਟਾਂ ਨਿਕਲੀਆਂ ਨੇ, ਇਹਦੇ ਵਿੱਚੋਂ EWS ਦੀਆਂ ਪੋਸਟਾਂ 800 ਲਗਭਗ 34 35 ਪਤਾ ਨਹੀਂ 92 93 ਇੱਦਾਂ ਸਮਥਿੰਗ ਹੈ, ਠੀਕ ਹੈ ਜੀ। ਤਾਂ ਹਰੇਕ ਮਤਲਬ ਕਿ ਜੇ 1000 ਪੋਸਟ ਕ੍ਰੀਏਟ ਹੁੰਦੀ ਹੈ, 1000 ਪੋਸਟ ਕ੍ਰੀਏਟ ਹੁੰਦੀ ਹੈ ਤਾਂ 100 ਪੋਸਟ ਕਿਹਦੀ ਹੋਊਗੀ,
EWS ਦੀ ਹੋਵੇਗੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ EWS ਆਉਂਦੀਆਂ ਨੇ, ਇਕਨੋਮਿਕਲ ਵੀਕਰ ਸੈਕਸ਼ਨ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਜੀ। ਤਾਂ ਇਹ ਜਿਹੜੀ ਚੀਜ਼ ਸੀਗੀ 103 ਅਮੈਂਡਮੈਂਟ। ਇਹ ਅੱਛਾ, ਜੇ ਤੁਹਾਨੂੰ ਪੁੱਛਿਆ ਜਾਵੇ ਕਿ EWS ਜਿਹੜਾ ਹੈਗਾ ਕੋਟਾ 10% ਕੋਟਾ ਲੈਣ ਵਾਲਾ ਸਭ ਤੋਂ ਪਹਿਲੀ ਸਟੇਟ ਕਿਹੜੀ ਸੀ, ਤਾਂ ਤੁਸੀਂ ਦੱਸੋਗੇ ਹਰਿਆਣਾ। ਹਰਿਆਣੇ ਦੇ ਵਿੱਚ ਇੱਕ ਜਾਟ ਅੰਦੋਲਨ ਚੱਲਿਆ ਸੀਗਾ ਜੀ, ਕਾਫੀ ਸਾਰੇ ਜਾਟ ਵਿਚਾਰੇ ਜਿਹੜੇ ਹੈਗੇ ਆ ਮਰ ਗਏ ਸੀਗੇ। ਤਾਂ ਇਹ ਜਾਟ ਅੰਦੋਲਨ ਚੱਲਿਆ ਸੀਗਾ ਤੇ ਜਾਟ ਅੰਦੋਲਨ ਨੇ ਸਭ ਤੋਂ ਪਹਿਲੀ ਸਟੇਟ ਕਿਹੜੀ ਸੀਗੀ ਪਾਸ ਕਰਨ ਵਾਲੀ, ਹਰਿਆਣਾ ਸੀਗੀ। ਹੁਣ ਇਹ ਜਿਹੜਾ EWS ਦੇ ਵਿੱਚ ਕਿਹੜੇ ਕਿਹੜੇ ਬੰਦੇ ਐਲੀਜੀਬਲ ਹੁੰਦੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਜ਼ਮੀਨ ਹੈ ਜਿਹੜੀ 5 ਏਕੜ ਤੋਂ ਘੱਟ ਹੋਣੀ ਚਾਹੀਦੀ ਹੈ, ਜਾਂ 5 ਏਕੜ ਜਾਂ 5 ਏਕੜ ਤੋਂ ਘੱਟ ਹੋਣੀ ਚਾਹੀਦੀ ਹੈ। ਤੁਹਾਡਾ ਜਿਹੜਾ ਪਿੰਡ ਦੇ ਵਿੱਚ ਘਰ ਹੈ 200 ਗਜ ਤੋਂ ਘੱਟ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੈ, ਤੁਹਾਡਾ ਜਿਹੜਾ ਹੈਗਾ ਇਨਕਮ ਸਰਟੀਫਿਕੇਟ ਤੁਹਾਡਾ ਬਣ ਕੇ ਲੱਗੂਗਾ ਜੀ, ਜਾਂ ਤੁਹਾਡੀ ਇਨਕਮ ਟੈਕਸ ਦੀ ਰਿਟਰਨ ਲੱਗੂਗੀ ਬਕਾਇਦਾ। ਉਸ ਤੋਂ ਬਾਅਦ ਕੀ ਹੈ, ਜਮ੍ਹਾਂ ਹੋਣ ਤੋਂ ਬਾਅਦ ਤੁਹਾਨੂੰ ਕੁਝ ਟਾਈਮ ਬਾਅਦ ਜਿਹੜਾ ਹੈਗਾ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਇਹ ਜਿਹੜੀਆਂ ਉਹਨਾਂ ਦੀਆਂ ਫੁੱਲਫਿਲ ਕੰਡੀਸ਼ਨ ਨੇ ਜਿਹੜੀਆਂ ਉਹ ਤੁਹਾਨੂੰ ਸ਼ੋਅ ਕਰਨੀਆਂ ਪੈਣੀਆਂ, ਉਹ ਤੁਹਾਨੂੰ ਜਿਹੜੀਆਂ ਹੈਗੀਆਂ ਪੂਰੀਆਂ ਕਰਨਾ ਪੈਣੀਆਂ, ਫਿਰ ਹੀ ਇਹ ਜਿਹੜਾ ਕੋਟਾ ਸਿਸਟਮ ਤੁਹਾਡਾ ਜਿਹੜਾ ਹੈਗਾ ਤੁਸੀਂ ਲਾਭ ਲੈ ਸਕਦੇ ਹੋ। ਉਸ ਤੋਂ ਬਾਅਦ ਸਬ ਕਲੋਜ਼ ਕਰਨ ਦੀ ਤੁਹਾਨੂੰ ਲੋੜ ਨਹੀਂ, ਕਿਉਂਕਿ ਇਹ ਜ਼ਿਆਦਾ ਹੈਗਾ PCS ਲੈਵਲ ਦੇ ਜਿਹੜੇ ਹੈਗੇ ਨੋਟਸ ਬਣਾਏ ਹੋਏ ਆ। ਮੈਂ ਤੁਹਾਨੂੰ ਸਿਰਫ ਮੇਨ ਚੀਜ਼ਾਂ ਉਹਦੇ ਵਿੱਚੋਂ ਕਰਵਾ ਰਿਹਾਗਾ। ਉਸ ਤੋਂ ਬਾਅਦ 102 ਸੰਵਿਧਾਨ ਸੰਸ਼ੋਧਨ ਜਿਹੜਾ ਹੋਇਆ ਸੀ 2018 ਦੇ ਵਿੱਚ ਹੋਇਆ ਸੀ। ਕਾਹਦੇ ਲਈ ਹੋਇਆ ਸੀ? ਆਰਟੀਕਲ 338B ਕੀ ਦੱਸਦਾ, ਕਹਿੰਦਾ OBC ਕਮਿਸ਼ਨ ਫੋਰ ਬੈਕਵਰਡ ਕਲਾਸਿਸ। ਮਾਨਸਾ ਵਾਲੇ ਤਾਂ ਸਾਰਾ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਜਾਣਦੇ ਹੋਣਗੇ, ਮੈਂ ਵੀ ਮਾਨਸਾ ਤੋਂ ਬਿਲੋਂਗ ਕਰਦਾ, ਠੀਕ ਹੈ। ਬੈਕਵਰਡ ਕਲਾਸਿਸ, ਠੀਕ ਹੈ ਜੀ, ਉਹਨਾਂ ਵਾਸਤੇ ਜਿਹੜੀਆਂ ਹੈਗੀਆਂ 102 ਸੰਵਿਧਾਨ ਸੰਸ਼ੋਧਨ ਹੋਇਆ ਸੀ, ਜਿਹਦੇ ਵਿੱਚ ਕੀ ਕੀਤਾ ਗਿਆ ਸੀਗਾ, ਬੈਕਵਰਡ ਕਲਾਸਿਸ ਦੀ ਸੂਚੀ ਜਾਰੀ ਕੀਤੀ ਗਈ ਸੀ। ਉਹਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਹੈਗੀਆਂ ਕਾਸਟ ਜਾਂ ਕਿਹੜੀਆਂ ਕਿਹੜੀਆਂ ਕੈਟਾਗਰੀ ਆਉਣਗੀਆਂ, ਉਹ ਸਾਰਾ OBC ਦੇ ਵਿੱਚ ਆਉਂਦਾ। ਹੁਣ ਦੇਖੋ ਤੁਸੀਂ ਜਦੋਂ ਵੀ ਕੋਈ ਪੋਸਟ ਆਉਂਦੀ ਹੈ ਤਾਂ ਉਹਦੇ ਵਿੱਚ OBC ਦਾ ਜਿਹੜਾ ਹੈਗਾ ਸਰਟੀਫਿਕੇਟ ਫਿਲ ਕਰਵਾਇਆ ਜਾਂਦਾ ਹੈ, ਠੀਕ ਹੈ ਨਾ। ਕਿਹੜੇ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ, ਤਾਂ ਮਾਨਸਾ, ਤਾਂ ਬੈਕਵਰਡ ਕਲਾਸਿਸ ਆ ਗਿਆ, ਤਾਂ ਬੈਕਵਰਡ ਜਿੱਥੇ ਘੱਟ ਪੜ੍ਹੇ ਲਿਖੇ ਨੇ, ਠੀਕ ਹੈ ਜੀ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਸਰਟੀਫਿਕੇਟ ਵਗੈਰਾ P++ ਵੀ ਮੋਸਟਲੀ ਜਿਹੜਾ ਹੈਗਾ ਬੈਕਵਰਡ ਕਲਾਸਿਸ ਦਾ ਜਿਹੜਾ ਸਰਟੀਫਿਕੇਟ ਲੈਂਦੀ ਹੈ। ਉਸ ਤੋਂ ਬਾਅਦ ਹੈ ਜੀ ਇੱਕ ਰਹਿ ਗਿਆ, ਉਹ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ। 101 CA 2017 ਦੇ ਵਿੱਚ ਹੋਇਆ ਸੀ, ਠੀਕ ਹੈ ਜੀ, ਜਿਹਨੂੰ ਕੀ ਕਹਿੰਦੇ ਸੀਗੇ, GST ਗੁੱਡ ਸਰਵਿਸ ਟੈਕਸ GST ਲੈਤਾ ਗਿਆ ਸੀਗਾ ਜੀ। ਅਰੁਣ ਜੇਤਲੀ ਉਸ ਸਮੇਂ ਫਾਈਨਾਂਸ ਮਿਨਿਸਟਰ ਸੀਗੇ। ਅਰੁਣ ਜੇਤਲੀ ਦੁਆਰਾ ਕੀ ਕੀਤਾ ਗਿਆ ਸੀਗਾ, GST ਨੂੰ ਲਾਗੂ ਕੀਤਾ ਗਿਆ ਸੀਗਾ। 1 ਜੁਲਾਈ 2017 ਨੂੰ ਇਹ ਲਾਗੂ ਹੋ ਗਿਆ ਸੀਗਾ। ਤਾਂ ਜ਼ਰੂਰ ਯਾਦ ਰੱਖਿਓ ਇਹਦੀ ਡੇਟ, ਕਿ ਜਿਹੜਾ 101 ਸੰਵਿਧਾਨ ਸੰਸ਼ੋਧਨ ਹੈ ਉਹ ਕਾਹਦੇ ਨਾਲ ਰਿਲੇਟਡ ਹੈ, ਉਹ GST ਦੇ ਨਾਲ ਰਿਲੇਟਡ ਹੈ। ਤੇ 2017 ਦੇ ਵਿੱਚ ਆਇਆ ਸੀ, 1 ਜੁਲਾਈ 2017 ਨੂੰ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ। ਜੇ ਤੁਹਾਨੂੰ ਪੁੱਛਿਆ ਜਾਵੇ ਫਾਦਰ ਆਫ GST ਤਾਂ ਤੁਸੀਂ ਦੱਸੋਗੇ ਅਰੁਣ ਜੇਤਲੀ, ਠੀਕ ਹੈ। ਉਸ ਸਮੇਂ ਫਾਈਨਾਂਸ ਮਿਨਿਸਟਰ ਉਹ ਹੁੰਦੇ ਸੀਗੇ। ਤਾਂ ਉਸ ਤੋਂ ਬਾਅਦ ਗੱਲ ਕਰ ਲੈਂਦੇ ਹਾਂ ਪਾਰਟ ਐਂਡ ਸ਼ਡਿਊਲ। ਸਭ ਤੋਂ ਪਹਿਲਾਂ ਪਾਰਟ ਦੀ ਗੱਲ ਕਰਾਂਗੇ। ਮੈਂ ਤੁਹਾਨੂੰ ਦੱਸ ਦਿੱਤਾ ਹੈਗਾ, ਇੱਕ ਪਾਸੇ ਸਰਕਾਰ ਹੁੰਦੀ ਹੈ, ਇੱਕ ਪਾਸੇ ਕੰਟਰੀ ਸਟੇਟ ਜਿਹੜੀਆਂ ਹੁੰਦੀਆਂ ਨੇ, ਪਾਪੂਲੇਸ਼ਨ ਵਗੈਰਾ ਦੇਖੀ ਜਾਂਦੀ ਹੈ, ਗੌਰਮੈਂਟ ਆਪਣੀ ਸਰਕਾਰ, ਇਹ ਸਾਰੀਆਂ ਚੀਜ਼ਾਂ ਦੇਖੀ ਜਾਂਦੀਆਂ ਨੇ। ਤਾਂ ਇਹ ਆਪਾਂ ਜਿਹੜੀਆਂ ਹੈਗੀਆਂ ਸਭ ਤੋਂ ਪਹਿਲਾਂ ਕਰਦੇ ਹਾਂ ਪਾਰਟ, ਠੀਕ ਹੈ ਜੀ। ਪਾਰਟ ਕਿੰਨੇ ਪਾਰਟ ਦੱਸੇ ਸੀ ਮੈਂ ਤੁਹਾਨੂੰ? 22 ਪਾਰਟ। ਹੁਣ ਕਿੰਨੇ ਹੋ ਚੁੱਕੇ ਨੇ? 25 ਪਾਰਟ। ਸਭ ਤੋਂ ਪਹਿਲਾ ਪਾਰਟ ਦੱਸਦੇ ਹਾਂ ਜੀ। ਪਹਿਲੇ ਪਾਰਟ ਜਿਹੜਾ ਹੈਗਾ, ਤਾਂ ਪਹਿਲਾ ਪਾਰਟ ਕੀ ਹੈ ਜੀ, ਜਿਹਦੇ ਵਿੱਚ ਯੂਨੀਅਨ ਐਂਡ ਟੈਰੀਟਰੀਜ਼, ਜਿਹਦੇ ਵਿੱਚ ਰਾਜਧਾਨੀ ਅਤੇ ਰਾਜ ਖੇਤਰ ਜਿਹੜੇ ਹੈਗੇ ਆ ਜਾਂਦੇ ਨੇ। ਤਾਂ ਇਹ 1 ਤੋਂ ਲੈ ਕੇ 4 ਤੱਕ ਜਿਹੜਾ ਹੈਗਾ ਇਹਦਾ ਆਰਟੀਕਲ ਹੈ। ਦੇਖੋ ਗੱਲ ਟ੍ਰਿਕਸ, ਜੇ ਨਹੀਂ ਸਾਰੇ ਆਰਟੀਕਲ ਯਾਦ ਹੁੰਦੇ ਨਾ ਤਾਂ ਇੱਦਾਂ ਰੱਖਿਆ ਕਰੋ, ਆਹ ਚੀਜ਼ਾਂ ਯਾਦ ਰੱਖੋ। ਪਾਰਟ ਪਹਿਲਾ, ਭਾਗ ਪਹਿਲੇ ਦੇ ਵਿੱਚ ਰਾਜਧਾਨੀ ਅਤੇ ਰਾਜ ਖੇਤਰ, ਮਤਲਬ ਕਿ ਜਿੰਨੀਆਂ ਰਾਜਧਾਨੀਆਂ ਨੇ, ਠੀਕ ਹੈ, ਰਾਜਧਾਨੀਆਂ ਅਤੇ ਸਟੇਟਾਂ ਬਾਰੇ ਗੱਲ ਕੀਤੀ ਜਾਊਗੀ ਇਹਦੇ ਵਿੱਚ, ਠੀਕ ਹੈ। ਨਵੀਂ ਸਟੇਟ ਬਣਾਉਣੀ, ਠੀਕ ਹੈ, ਨਵੀਂ ਸਟੇਟ ਦਾ ਨਿਰਮਾਣ ਕਿੱਦਾਂ ਹੁੰਦਾ ਹੈਗਾ, ਠੀਕ ਹੈ, ਨਵੀਂ ਸਟੇਟ ਨੂੰ ਕਿਵੇਂ ਬਣਾ ਸਕਦੇ ਹਾਂ, ਉਹ ਸਾਰੀਆਂ 1 ਤੋਂ ਲੈ ਕੇ 4 ਤੱਕ ਗੱਲ ਕਰਨਗੇ, ਠੀਕ ਹੈ ਨਾ। ਜੇ ਤੁਹਾਨੂੰ ਪੁੱਛ ਲਿਆ, ਮੰਨ ਲਓ ਤੁਹਾਨੂੰ ਪੁੱਛ ਲਿਆ ਆਰਟੀਕਲ ਇੱਦਾਂ ਦਾ ਪੁੱਛ ਲਿਆ ਵੀ ਜਿਹੜਾ ਹੈਗਾ ਭਾਰਤ ਜਿਹੜਾ ਹੈਗਾ ਕਿਹੜੇ ਆਰਟੀਕਲ ਨੂੰ ਡੀਲ ਕਰਦਾ ਹੈ, ਠੀਕ ਹੈ, ਦਾ ਨੇਮ ਆਫ ਭਾਰਤ, ਠੀਕ ਹੈ, ਭਾਰਤ ਜਿਹੜਾ ਹੈਗਾ ਕਿਹੜੇ ਆਰਟੀਕਲ ਨੂੰ ਬਿਲੋਂਗ ਕਰਦਾ ਹੈ, 1 2 3 4,
ठीक है। तो वो किहड़ा होਊਗਾ ਤੁਸੀਂ देख के दस दोगे भी। तो आर्टिकल जिहड़ा हैगा 1 मैं अगे दसांगा, मैं तुहानूं 5 ही करावांगा, सारे नहीं करांदा ये। ਜਿਹੜੇ 5 ਪਾਰਟ ਨੇ, 5 ਦੇ ਪਾਰਟਾਂ ਦੇ ਆਪਾਂ ਆਰਟੀਕਲ ਕਰਨੇ ਆ ਤੇ 5 ਪਾਰਟਾਂ ਦੀ ਹੀ ਵੀਡੀਓ ਆਪਾਂ ਦੇਖਣੀ ਹੈ। ਉਸ ਤੋਂ ਬਾਅਦ ਦੂਸਰਾ ਕੀ ਹੈ, ਸਿਟੀਜ਼ਨਸ਼ਿਪ ਭਾਗ ਦੂਜਾ, ਸਿਟੀਜ਼ਨਸ਼ਿਪ ਨਾਗਰਿਕਤਾ, ਭਾਰਤ ਦੇ ਵਿੱਚ ਨਾਗਰਿਕਤਾ ਕਿਵੇਂ ਮਿਲ ਸਕਦੀ ਹੈ, ਉਹ ਆਰਟੀਕਲ 5 ਤੋਂ ਲੈ ਕੇ ਆਰਟੀਕਲ 11 ਦੇ ਵਿੱਚ ਗੱਲ ਕਰਾਂਗੇ ਜੀ। ਭਾਗ ਤੀਜੇ ਦੇ ਵਿੱਚ ਫੰਡਾਮੈਂਟਲ ਰਾਈਟ, ਮੌਲਿਕ ਅਧਿਕਾਰ ਜਿਹੜੇ ਬੰਦੇ ਦੇ ਹੁੰਦੇ ਨੇ, ਉਹ ਆਰਟੀਕਲ 12 ਤੋਂ ਲੈ ਕੇ 35 ਤੱਕ ਗੱਲ ਕਰਾਂਗੇ। ਪਾਰਟ 4 ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਵੈਰੀ ਵੈਰੀ ਇੰਪੋਰਟੈਂਟ ਆਪਣੇ ਵਾਸਤੇ ਇਹ, ਤੇ ਫੰਡਾਮੈਂਟਲ ਰਾਈਟ ਆਪਣੇ ਵਾਸਤੇ ਬਹੁਤ ਜ਼ਰੂਰੀ ਨੇ, ਤੇ ਸਿਟੀਜ਼ਨਸ਼ਿਪ। ਇਹ ਜਿੰਨੇ ਵੀ 5-6 ਜਿਹੜੇ ਮੇਨ ਭਾਗ ਨੇ, ਤਾਂ ਮੈਂ ਤੁਹਾਨੂੰ ਕੱਲਾ ਕੱਲਾ ਆਰਟੀਕਲ ਕਰਾਵਾਂਗਾ ਕਿਉਂਕਿ ਆਪਣੇ ਵਾਸਤੇ ਬਹੁਤ ਜ਼ਰੂਰੀ ਨੇ। ਰਾਜ ਦੀਆਂ ਨੀਤੀਆਂ, ਰਾਜ ਸਰਕਾਰ ਕਿਹੜੀਆਂ ਕਿਹੜੀਆਂ ਆਪਣੇ ਸਟੇਟ ਦੇ ਵਿੱਚ ਨੀਤੀਆਂ ਨੂੰ, ਪਾਲਿਸੀਆਂ ਨੂੰ ਲਾਗੂ ਕਰੀ। ਕਹਿਣ ਦਾ ਮਤਲਬ ਇਹ ਆ, ਪਾਰਟ 4 ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਸਟੇਟ ਪਾਲਿਸੀ, ਰਾਜ ਦੀਆਂ ਨੀਤੀਆਂ, ਆਰਟੀਕਲ ਅਨੁਛੇਦ ਜਿਹੜੇ ਹੈਗੇ ਆ ਉਹ 36 ਤੋਂ ਲੈ ਕੇ 51 ਤੱਕ ਗੱਲ ਕਰਾਂਗੇ। ਪਾਰਟ 4A, ਠੀਕ ਹੈ ਜੀ। ਪਾਰਟ 4A 42 ਅਮੈਂਡਮੈਂਟ ਹੋਈ ਸੀ 1976 ਦੇ ਵਿੱਚ। 42ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 1976 ਵਿੱਚ, ਜਿਸ ਵਿੱਚ ਕੀ ਕੀਤਾ ਗਿਆ ਸੀ, ਫੰਡਾਮੈਂਟਲ ਡਿਊਟੀ ਨੂੰ ਬੰਦੇ ਦੇ, ਇੱਕ ਵਿਅਕਤੀ ਦੇ ਮੌਲਿਕ ਕਰਤੱਵ ਨੂੰ ਜੋੜਿਆ ਗਿਆ ਸੀਗਾ। ਇਹਦਾ ਇੱਕ ਹੀ ਆਰਟੀਕਲ ਹੈ, ਸਿਰਫ ਇਹ ਯਾਦ ਰੱਖਣਾ ਹੈ, ਆਰਟੀਕਲ 51A। ਇਹ ਵੀ ਆਪਣੇ ਵਾਸਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿਹੜੇ ਇਹਦੀ 11ਵੀਂ ਡਿਊਟੀ ਸੀ, ਪਹਿਲਾਂ 10 ਸੀਗੀਆਂ, ਫਿਰ ਉਸ ਤੋਂ ਬਾਅਦ 11 ਕੀਤੀਆਂ ਗਈਆਂ ਸੀ, ਤੇ 11ਵੀਂ 6 ਤੋਂ ਲੈ ਕੇ 14 ਸਾਲ ਦੇ ਬੱਚੇ ਲਈ ਹੀ ਕੀਤੀ ਗਈ ਸੀ। ਆਪਾਂ ਨੂੰ ਜ਼ਰੂਰ ਪੜ੍ਹਨੀ ਪੈਣਗੀਆਂ, ਦੂਜੀਆਂ ਨਾ ਪੜ੍ਹਿਓ ਕੋਈ ਚੱਕਰ ਨਹੀਂ, ਪਰ ਪਹਿਲੀ ਆਹ 11ਵੀਂ, ਸਿਰਫ ਇੱਕ 11ਵੀਂ ਆਪਾਂ ਨੂੰ ਫੰਡਾਮੈਂਟਲ ਡਿਊਟੀ ਜ਼ਰੂਰ ਪੜ੍ਹਨੀ ਪੈਣੀ ਆ। ਪਹਿਲਾਂ ਕਿੰਨੀਆਂ ਸੀਗੀਆਂ, 10 ਸੀਗੀਆਂ, ਤੇ ਹੁਣ ਟੋਟਲ ਕਿੰਨੀਆਂ ਨੇ, 11 ਹੋ ਚੁੱਕੀਆਂ ਨੇ। ਉਸ ਤੋਂ ਬਾਅਦ ਪਾਰਟ ਕੀ ਹੈ ਜੀ, 5th ਹੈ, ਠੀਕ ਹੈ। ਯੂਨੀਅਨ ਗਵਰਨਮੈਂਟ, ਸੰਘ ਸਰਕਾਰ, ਜਿੰਨੇ ਵੀ PM, ਜਿੰਨੇ ਵੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਹੈ ਨਾ, ਲੋਕ ਸਭਾ ਮੈਂਬਰ, ਇਹ ਸਾਰੇ ਰਾਜ ਸਭਾ ਮੈਂਬਰ ਕਿਹਦੇ ਵਿੱਚ ਆ ਜਾਂਦੇ ਨੇ, ਪਾਰਟ 5 ਭਾਗ ਜਿਹੜਾ ਹੈਗਾ 5ਵਾਂ ਯੂਨੀਅਨ ਸੰਘ ਸਰਕਾਰ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਦਾ ਆਰਟੀਕਲ 52 ਤੋਂ ਲੈ ਕੇ 151 ਤੱਕ ਹੈ ਜੀ। ਉਸ ਤੋਂ ਬਾਅਦ ਹੈ ਪਾਰਟ 6ਵਾਂ, ਭਾਗ 6ਵਾਂ, ਸਟੇਟ ਗਵਰਨਮੈਂਟ, ਰਾਜ ਦੀ ਸਰਕਾਰ, ਆਰਟੀਕਲ 152 ਤੋਂ 152 ਤੋਂ ਲੈ ਕੇ 237 ਤੱਕ ਜਿਹੜਾ ਆਪਣਾ ਆਰਟੀਕਲ ਆ ਜਾਂਦੇ ਨੇ। ਇਸ ਤੋਂ ਬਾਅਦ ਤੁਹਾਨੂੰ ਕੁਐਸਚਨ ਨਹੀਂ ਆਊਗਾ, ਮੇਰੀ ਗਰੰਟੀ ਹੈ। ਜੇ ਇਸ ਤੋਂ ਬਾਅਦ ਆ ਜੇ, ਆਪਾਂ ਪਾਰਟ 6 ਤੱਕ ਕਰ ਲਾਂਗੇ, ਠੀਕ ਹੈ। ਇਸ ਤੋਂ ਬਾਅਦ ਕਦੇ ਵੀ ਤੁਹਾਨੂੰ ਕੁਐਸਚਨ ਨਹੀਂ ਪੁੱਛਿਆ ਜਾਂਦਾ, ਠੀਕ ਹੈ ਨਾ। ਬਹੁਤ ਛੋਟੇ ਲੈਵਲ ਦਾ ਪੇਪਰ ਹੈ ਇਹ, ਇੰਨਾ ਜ਼ਿਆਦਾ ਨਹੀਂ ਪੁੱਛਿਆ ਜਾਣਾ। ਸਿਰਫ ਪਹਿਲੇ 4 ਭਾਗਾਂ ਦੇ ਵਿੱਚੋਂ ਹੀ ਤੁਹਾਨੂੰ ਕੁਐਸਚਨ ਪੁੱਛੇ ਜਾਣਗੇ। ਪਹਿਲੇ 4 ਭਾਗ A ਤੱਕ ਹੈ ਜਿਹੜਾ, ਉੱਥੋਂ ਤੱਕ ਕੁਐਸਚਨ ਪੁੱਛੇ ਜਾਣਗੇ, ਹੋਰ ਕੁਐਸਚਨ ਨਹੀਂ ਆਉਂਦੇ। ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰੀਏ ਤਾਂ ਆਪਾਂ ਭਾਗ ਪਹਿਲੇ ਜਿਹੜਾ ਹੈਗਾ ਸਟਾਰਟ ਕਰਦੇ ਹਾਂ। ਅੱਛਾ, ਤੁਹਾਨੂੰ ਉਹਦੇ ਬਾਰੇ, ਸ਼ਡਿਊਲ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਵੀ ਸ਼ਡਿਊਲ ਕੀ ਹੁੰਦੇ ਨੇ, ਤਾਂ ਉਹ ਸ਼ਡਿਊਲ ਬਾਰੇ ਵੀ ਆਪਾਂ ਸਾਰੀਆਂ ਚੀਜ਼ਾਂ ਦੇਖ ਲਈਏ। ਸ਼ਡਿਊਲ, ਅਨੁਸੂਚੀਆਂ ਜਿਹਨੂੰ ਕਹਿੰਦੇ, ਪਹਿਲਾਂ 8 ਸੀਗੀਆਂ, ਹੁਣ 12 ਹੋ ਗਈਆਂ ਨੇ, ਛੋਟੀਆਂ ਨੇ, ਆਪਾਂ ਜਲਦੀ ਨਿਬੇੜ ਦਾਂਗੇ। ਪਹਿਲੀ ਸੂਚੀ ਦੇ ਵਿੱਚ ਕੀ ਆ, ਸ਼ਡਿਊਲ ਦੇ ਵਿੱਚ ਕੀ ਆ, ਸਟੇਟ ਐਂਡ ਯੂਟੀ ਬਾਰੇ ਗੱਲ ਹੋਊਗੀ ਵੀ ਇੱਕ ਸਟੇਟ ਦੇ ਵਿੱਚ ਕਿੰਨੀਆਂ, ਮਤਲਬ ਕਿ ਇੱਕ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਨੇ, ਤੇ ਭਾਰਤ ਦੇ ਵਿੱਚ ਕਿੰਨੀਆਂ ਰਾਜਧਾਨੀਆਂ ਨੇ। ਕਿੰਨੀਆਂ ਸਟੇਟਾਂ ਨੇ, 28 ਸਟੇਟਾਂ ਨੇ ਤੇ 8 ਰਾਜਧਾਨੀਆਂ ਨੇ ਜੀ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੱਸਦਾ। ਮੰਨ ਲਓ ਤੁਹਾਡਾ NTT ਦਾ ਪੇਪਰ ਪੰਜਾਬ ਦੇ ਵਿੱਚ ਕਲੀਅਰ ਹੋਇਆ, ਠੀਕ ਹੈ। ਕਿੱਥੇ ਸਟੇਟ ਦੇ ਵਿੱਚ, ਇਸ ਸਟੇਟ ਦੇ ਵਿੱਚ, ਪੰਜਾਬ ਦੇ ਵਿੱਚ ਕਲੀਅਰ ਹੋ ਗਿਆ। ਦੂਸਰਾ, ਜਦੋਂ NTT ਦਾ ਤੁਹਾਡਾ ਪੇਪਰ ਕਲੀਅਰ ਹੋ ਗਿਆ, ਸੈਕੰਡ ਸ਼ਡਿਊਲ ਦੇ ਵਿੱਚ ਤੁਹਾਡੀ ਤਨਖਾਹ, ਤੁਹਾਡੇ ਭੱਤੇ, ਤੁਹਾਡੀ ਪੈਨਸ਼ਨ ਵਗੈਰਾ, ਪੈਨਸ਼ਨ ਤਾਂ ਚਲੋ ਨਹੀਂ ਹੈਗੀ ਹੁਣ, ਤੁਹਾਡੀ ਤਨਖਾਹ ਡਿਸਾਈਡ ਕੀਤੀ ਜਾਊਗੀ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਹੜੀ ਸਟੇਟ ਦੇ ਵਿੱਚ NTT ਦਾ ਪੇਪਰ ਦਿੱਤਾ ਸੀ, ਪੰਜਾਬ ਦੇ ਵਿੱਚ। ਫਿਰ ਉਸ ਪੰਜਾਬ ਨੇ ਤੁਹਾਡੀ ਕੀ ਕੀਤਾ, ਸੈਕੰਡ ਸ਼ਡਿਊਲ ਦੇ ਵਿੱਚ ਤਨਖਾਹ ਵਗੈਰਾ, ਭੱਤੇ ਵਗੈਰਾ ਜਾਰੀ ਕੀਤੇ। ਤੁਸੀਂ ਫਰੀ ਤਾਂ ਕੰਮ ਨਹੀਂ ਕਰਦੇ ਨਾ। ਤਾਂ ਦੂਸਰੇ ਪਹਿਲੇ ਸ਼ਡਿਊਲ ਦੇ ਵਿੱਚ ਕੀ ਆਊਗਾ, ਡਿਊਟੀ ਐਂਡ ਟਾਈਟਰੀ, ਰਾਜ ਐਂਡ ਰਾਜਧਾਨੀਆਂ। ਦੂਸਰੇ ਦੇ ਸਟੇਟ ਸ਼ਡਿਊਲ ਦੇ ਵਿੱਚ ਕੀ ਆਊਗਾ, ਤੁਹਾਡੀ ਤਨਖਾਹ, ਤੁਹਾਡੇ ਅਲਾਇੰਸ, ਤੁਹਾਡੀ ਪੈਨਸ਼ਨ ਵਗੈਰਾ ਉਹ ਸਾਰੀ ਤੈਅ ਹੋਊਗੀ। ਜਿੰਨੇ ਵੀ ਮੰਤਰੀ, ਜਿੰਨੀਆਂ ਵੀ ਗਵਰਨਮੈਂਟ ਸਟੇਟ ਦੇ ਅੰਡਰ ਨੌਕਰੀਆਂ ਨਿਕਲਦੀਆਂ ਨੇ, ਉਹਨਾਂ ਦੇ ਰਿਕਾਰਡਿੰਗ ਜਿਹੜਾ ਹੈਗਾ ਸ਼ਡਿਊਲ ਜਿਹੜਾ ਹੈਗਾ ਸੈਕੰਡ ਡੀਲ ਕਰੇਗਾ। ਹੁਣ ਸ਼ਡਿਊਲ ਤੀਜਾ ਹੈਗਾ। ਸ਼ਡਿਊਲ ਤੀਜਾ, ਜਦੋਂ ਤੁਸੀਂ NTT ਦੀ ਭਾਈ ਪੇਪਰ ਕਲੀਅਰ ਕਰ ਲਿਆ, ਪੰਜਾਬ ਦੇ ਵਿੱਚ ਪੇਪਰ ਕਲੀਅਰ ਹੋ ਗਿਆ, ਤੁਸੀਂ ਪੇਪਰ ਕਲੀਅਰ ਹੋਣ ਤੋਂ ਬਾਅਦ ਤੁਹਾਨੂੰ ਤੁਹਾਡੀ ਤਨਖਾਹ ਵੀ ਡਿਸਾਈਡ ਹੋ ਗਈ,
ਤਨਖਾਹ ਡਿਸਾਈਡ ਹੋਣ ਤੋਂ ਬਾਅਦ ਤੁਹਾਨੂੰ ਤੀਜੇ ਨੰਬਰ ਤੇ ਤੁਹਾਨੂੰ ਕੀ ਕਰਵਾਏ ਜਾਣਗੇ, ਸਹੁੰ ਚੁਕਾਈ ਜਾਊਗੀ। ਸਹੁੰ ਚੁਕਾਓਗੇ, ਕਹਿੰਦੇ ਵੀ ਤੁਸੀਂ ਆਪਣੀ ਡਿਊਟੀ ਇਮਾਨਦਾਰ ਤਰੀਕੇ ਨਾਲ ਨਿਭਾਓਗੇ। ਜਿੰਨੀਆਂ ਵੀ ਚੀਜ਼ਾਂ ਇਹ ਸਾਰੀਆਂ ਕੀ ਕੀਤਾ ਜਾਊਗਾ, ਤੁਹਾਨੂੰ ਉਹ ਚੀਜ਼ਾਂ ਦਾ ਸਹੁੰ ਚੁਕਾਈ ਜਾਊਗੀ। ਤਾਂ ਸ਼ਡਿਊਲ ਤੀਜਾ ਜਿਹੜਾ ਹੈਗਾ ਕਿਹਨੂੰ ਡੀਲ ਕਰਦਾ ਹੈਗਾ, ਸਹੁੰ ਨੂੰ। ਆਲ ਮਿਨਿਸਟਰ, ਠੀਕ ਹੈ, ਮੈਂਬਰ ਆਫ ਲੋਕ ਸਭਾ, ਰਾਜ ਸਭਾ, ਆਲ ਜੱਜਸ ਆਫ ਸੁਪਰੀਮ ਕੋਰਟ, ਆਲ ਮਿਨਿਸਟਰ ਆਫ ਸਟੇਟ, ਜਿੰਨੇ ਵੀ ਮੰਤਰੀ ਹੁੰਦੇ ਨੇ ਜਾਂ ਜਿੰਨੇ ਵੀ ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਦੇ ਹੁੰਦੇ ਨੇ, ਜਾਂ ਆਲ ਜੱਜਸ ਹਾਈ ਕੋਰਟ ਦੇ ਜੇ ਕਰਦੇ ਆ, ਸਹੁੰ ਚੁੱਕਦੇ ਆ ਸ਼ਡਿਊਲ ਤੀਜੇ ਦੇ ਆਧਾਰ ਤੇ। ਉਸ ਤੋਂ ਬਾਅਦ ਹੈ ਜੀ ਫੋਰਥ ਸ਼ਡਿਊਲ, ਐਲੋਕੇਸ਼ਨ ਆਫ ਦੀ ਸੀਟ ਐਂਡ ਇਨ ਰਾਜ ਸਭਾ। ਠੀਕ ਹੈ ਜੀ, ਜਦੋਂ ਤੁਸੀਂ ਕਹਿਣ ਦਾ ਮਤਲਬ ਤੁਹਾਨੂੰ ਸਹੁੰ ਚੁਕਾ ਲਈ, ਫਿਰ ਤੁਹਾਨੂੰ ਕੀ ਕਰਨਗੇ, ਇੱਕ ਸਟੇਸ਼ਨ ਜਾਰੀ ਕਰਨਗੇ ਵੀ ਇੱਥੇ ਜਾ ਕੇ ਭਾਈ ਤੁਸੀਂ ਆਪਦੀ ਜੁਆਇਨਿੰਗ ਕਰ ਲੈ ਸਕਦੇ ਹੋ। ਤਾਂ ਇਸੇ ਕਰਕੇ ਕੀ ਹੈ ਕਿ ਆਲ ਐਲੋਕੇਸ਼ਨ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਕੀਤੀ ਜਾਂਦੀ ਹੈਗੀ। ਜਿਵੇਂ ਪੰਜਾਬ ਦੇ ਵਿੱਚ ਕਿੰਨੀਆਂ ਨੇ ਰਾਜ ਸਭਾ ਦੀਆਂ, ਅੱਛਾ ਮੈਂ ਹੁਣ ਤੁਹਾਨੂੰ ਸੀਟਾਂ ਵੀ ਦੱਸ ਹੀ ਦਿੰਦਾ ਇੱਥੇ। ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਜੀ, 117। ਠੀਕ ਹੈ, ਲੋਕ ਸਭਾ ਦੀਆਂ 13, ਰਾਜ ਸਭਾ ਦੀਆਂ 7। ਆਹ ਤਾਂ ਪੱਕਾ ਰੱਟਾ ਮਾਰ ਲਓ। ਆ ਲੋਕ ਸਭਾ, ਰਾਜ ਸਭਾ ਬਹੁਤ ਪੁੱਛਦੇ ਨੇ, ਆ ਵਿਧਾਨ ਸਭਾ ਸਾਰਿਆਂ ਨੂੰ ਯਾਦ ਹੁੰਦੀਆਂ। ਵਿਧਾਨ ਸਭਾ ਉਹ ਹੁੰਦੀਆਂ ਨੇ ਜਿੱਥੇ ਐਮਐਲਏ ਉੱਠਦੇ ਨੇ। ਆਪਣੇ ਪੰਜਾਬ ਦੇ ਵਿੱਚ 117 ਸੀਟਾਂ ਤੇ 117 ਹਲਕਿਆਂ ਦੇ ਵਿੱਚ ਕੀ ਉੱਠਦੇ ਨੇ, ਐਮਐਲਏ ਉੱਠਦੇ ਨੇ। ਐਮਐਲਏ ਬਣਦੇ ਨੇ ਪੰਜਾਬ ਦੇ ਵਿੱਚ 117 ਦੇ ਬੰਦੇ। ਉਸ ਤੋਂ ਬਾਅਦ ਲੋਕ ਸਭਾ, ਲੋਕ ਸਭਾ ਮੈਂਬਰ ਆਫ ਪਾਰਲੀਮੈਂਟ, ਜਿਹੜੇ ਐਮਪੀ ਹੁੰਦੇ ਨੇ, ਜਿਵੇਂ ਭਗਵੰਤ ਮਾਨ ਹੈ, ਹਰਸਿਮਰਤ ਕੌਰ ਬਾਦਲ ਹੈ, ਇੱਦਾਂ ਦੇ ਜਿਹੜੇ ਹੈਗੇ ਆ ਐਮਪੀ ਬਣਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ, ਲੋਕ ਸਭਾ ਕਿਹਾ ਜਾਂਦਾ ਹੈਗਾ। ਜਿਨ੍ਹਾਂ ਦੀ ਸੀਟਾਂ ਦੀ ਵੰਡ ਕਿੰਨੀ ਹੈ, 13 ਨੇ ਜੀ, 13 ਐਮਪੀ ਨੇ ਆਪਣੇ ਪੰਜਾਬ ਦੇ ਵਿੱਚ। ਫਿਰ ਰਾਜ ਸਭਾ, ਰਾਜ ਸਭਾ ਦੇ ਵਿੱਚ ਉਹ ਬੰਦੇ ਹੁੰਦੇ ਨੇ ਜੋ ਮੁੱਖ ਮੰਤਰੀ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਠੀਕ ਹੈ ਜੀ, ਤਾਂ ਮੁੱਖ ਮੰਤਰੀ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ। ਇੱਕ ਚੀਜ਼ਾਂ ਹੋਰ ਦੱਸਦਾ ਮੈਂ ਇਹਦੇ ਵਿੱਚ ਤੁਹਾਨੂੰ, ਐਮਐਲਏ, ਐਮਪੀ ਤੇ ਰਾਜ ਸਭਾ ਪਾਇਆ। ਠੀਕ ਹੈ ਜੀ, ਐਮਐਲਏ ਦਾ ਜਿਹੜਾ ਸਮਾਂ ਹੁੰਦਾ ਉਹ 5 ਸਾਲ ਹੁੰਦਾ ਹੈਗਾ। ਐਮਪੀ ਦਾ ਸਮਾਂ ਜਿਹੜਾ 5 ਸਾਲ ਹੁੰਦਾ ਹੈਗਾ। ਰਾਜ ਸਭਾ ਦਾ ਸਮਾਂ ਜਿਹੜਾ ਹੈਗਾ 6 ਸਾਲ ਹੁੰਦਾ ਹੈਗਾ। ਆਹ ਪੇਪਰ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਹੈ ਵੀ ਰਾਜ ਸਭਾ ਦਾ ਜਿਹੜਾ ਹੈਗਾ ਸਮਾਂ ਹੈਗਾ ਕਿੰਨੇ ਸਾਲ ਦਾ ਹੈਗਾ। ਤਾਂ ਰਾਜ ਸਭਾ ਦਾ ਜਿਹੜਾ ਸਮਾਂ ਹੈ ਉਹ ਕਿੰਨੇ ਸਾਲ ਦਾ ਹੈਗਾ ਜੀ, ਉਹ 6 ਸਾਲ ਦਾ ਹੈ। ਰਾਜ ਸਭਾ ਦਾ ਜਿਹੜਾ ਸਮਾਂ 6 ਸਾਲ। ਐਮਐਲਏ, ਬਾਕੀ ਸਾਰੇ ਜਿੰਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਠੀਕ ਹੈ ਜੀ, ਬਾਕੀ ਸਾਰੇ ਕਿੰਨੇ ਸਾਲ ਦੇ ਹੋਣਗੇ, 5 ਸਾਲ ਦੇ ਹੋਣਗੇ। ਇਕੱਲਾ ਰਾਜ ਸਭਾ ਜਿਹੜਾ ਮੈਂਬਰ ਹੁੰਦਾ ਹੈਗਾ ਉਹ ਕਿੰਨੇ ਸਾਲ ਦਾ, 5 ਸਾਲ ਦਾ ਹੁੰਦਾ ਹੈਗਾ। ਠੀਕ ਹੈ, ਐਮਐਲਏ, ਐਮਪੀ ਕਿੰਨੇ ਦਾ ਹੋਊਗਾ, 5 ਸਾਲ ਦਾ। ਐਮਪੀ ਦੇ ਵਿੱਚ ਕੀ ਹੈ, ਆਪਣਾ ਪ੍ਰਧਾਨ ਮੰਤਰੀ ਵੀ ਆ ਜਾਂਦਾ ਹੈ ਨਾ, ਨਰਿੰਦਰ ਮੋਦੀ, ਉਹ ਵੀ 5 ਸਾਲ ਦੇ ਵਿੱਚ ਆ ਜਾਂਦਾ, ਕਿਉਂਕਿ ਇੱਕ ਐਮਪੀ ਹੀ ਗਾਹਾਂ ਜਾ ਕੇ ਕੀ ਕਰ ਸਕਦਾ ਹੈਗਾ, ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣ ਸਕਦਾ ਹੈਗਾ, ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਸੀਟ ਜਿੱਤਣੀ ਹੋਣੀ ਚਾਹੀਦੀ ਹੈ। ਉਹ ਫਿਰ ਹੀ ਦੇਖੋ, ਪੰਜਾਬ ਦੇ ਵਿੱਚ ਵੀ ਇਹੀ ਕੰਡੀਸ਼ਨ ਹੈ। ਪੰਜਾਬ ਦੇ ਵਿੱਚ ਜੇ ਕੈਪਟਨ ਨਾ ਜਿੱਤਦਾ, ਮੁੱਖ ਮੰਤਰੀ ਥੋੜ੍ਹੀ ਬਣਦਾ ਸੀਗਾ। ਕੈਪਟਨ ਨੇ ਸੀਟ ਜਿੱਤੀ ਫਿਰ ਹੀ ਮੁੱਖ ਮੰਤਰੀ ਬਣਿਆ। ਠੀਕ ਹੈ ਨਾ, ਜੇ ਕੈਪਟਨ ਹਾਰ ਜਾਂਦਾ ਤਾਂ ਕਾਂਗਰਸ ਦਾ ਕੋਈ ਹੋਰ ਐਮਐਲਏ ਮੁੱਖ ਮੰਤਰੀ ਬਣਦਾ, ਕੈਪਟਨ ਨਹੀਂ ਬਣਦਾ ਸੀਗਾ। ਕੈਪਟਨ ਨੇ ਆਪਣੀ ਸੀਟ ਕੱਢੀ, ਆਪਣੀ ਸੀਟ ਜਿੱਤੀ, ਤਾਂ ਹੀ ਉਹ ਕੀ ਬਣਿਆ, ਮੁੱਖ ਮੰਤਰੀ ਬਣਿਆ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਦੇਖੀਆਂ ਜਾਂਦੀਆਂ ਨੇ, ਤਾਂ ਇਹ ਚੀਜ਼ਾਂ ਨੂੰ ਜ਼ਰੂਰ ਯਾਦ ਰੱਖਿਓ। ਠੀਕ ਹੈ ਜੀ, ਤਾਂ ਉਹ ਸੀਟਾਂ ਦੀ ਐਲੋਕੇਸ਼ਨ ਕੀਤੀ ਜਾਂਦੀ ਹੈ ਜੀ ਸ਼ਡਿਊਲ ਚੌਥੇ ਦੇ ਵਿੱਚ। 5th ਸ਼ਡਿਊਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਆਫ ਦੀ ਸ਼ਡਿਊਲਰ ਏਰੀਆ ਐਂਡ ਦਾ ਸ਼ਡਿਊਲਰ ਅਰਬਨ, ਜਿੰਨੀਆਂ ਵੀ ਅਨੁਸੂਚਿਤ ਜਾਤੀਆਂ ਨੇ ਉਹਨਾਂ ਨੂੰ ਉਦੋਂ ਬਾਅਦ ਕੀ ਕੀਤਾ ਜਾਂਦਾ, ਕੈਟਾਗਰੀ ਬੇਸ 'ਤੇ ਜਿਹੜਾ ਹੈਗਾ ਆਪਣੇ ਜਿੰਨੀਆਂ ਵੀ ਸੀਟਾਂ ਹੁੰਦੀਆਂ ਨੇ ਕੈਟਾਗਰੀ ਬੇਸ 'ਤੇ ਵੰਡੀਆਂ ਜਾਂਦੀਆਂ ਨੇ। ਕਹਿਣ ਦਾ ਮਤਲਬ ਐਗਜ਼ਾਮਪਲ ਤੌਰ 'ਤੇ ਤਾਂ ਅਨੁਸੂਚਿਤ ਖੇਤਰਾਂ ਨੂੰ ਕੀ ਕੀਤਾ ਜਾਂਦਾ, ਅਲੱਗ ਲਾਭ ਦਿੱਤਾ ਜਾਂਦਾ ਜੀ। 6ਵਾਂ ਸ਼ਡਿਊਲ ਕੀ ਕਹਿੰਦਾ ਹੈਗਾ, ਜਿਹੜੇ ਇਹ ਖੇਤਰ ਜਿਹੜੇ ਜੋ ਉਹ ਲੋਕ ਜੋ ਜੰਗਲਾਤ ਦੇ ਜਾਂ ਵਣਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਬੰਦਿਆਂ ਦੀ ਗੱਲ ਕੀਤੀ ਜਾਂਦੀ ਹੈ ਸ਼ਡਿਊਲ 6ਵੇਂ ਦੇ ਵਿੱਚ। 7ਵੇਂ ਸ਼ਡਿਊਲ ਦੇ ਵਿੱਚ ਕੀ ਹੈ ਜੀ, ਲਿਸਟ ਜਾਰੀ ਕੀਤੀ ਜਾਂਦੀ ਹੈ ਜੀ, ਕਾਹਦੀ, ਕਿੰਨੇ ਸਬਜੈਕਟ ਕਿਹੜੀਆਂ ਦੇ ਵਿੱਚ ਹੋਣਗੇ। ਦੇਖੋ ਲਿਸਟ, ਸੂਚੀਆਂ ਜਾਰੀ ਕੀਤੀਆਂ ਜਾਂਦੀਆਂ ਨੇ। ਕਹਿਣ ਦਾ ਮਤਲਬ ਯੂਨੀਅਨ ਸਰਕਾਰ,
ਹੁਣ ਮੈਂ ਇੱਥੇ ਤੁਹਾਨੂੰ ਫੇਰ ਦੱਸ ਦਾਂਗਾ, ਇੱਕ ਸੂਚੀ ਜਾਰੀ ਕੀਤੀ ਜਾਂਦੀ ਹੈ। ਕਾਹਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਕਿ ਸੈਂਟਰ ਗੌਰਮੈਂਟ, ਠੀਕ ਹੈ ਜੀ, ਸੈਂਟਰ ਗੌਰਮੈਂਟ ਕੋਲੇ ਇੱਦਾਂ ਦੇ ਮਹਿਕਮੇ ਕਿੰਨੇ ਸਬਜੈਕਟ ਨੇ, 100 ਮਹਿਕਮਾ ਇੱਦਾਂ ਦਾ ਭਾਈ। ਫੋਰ ਐਗਜ਼ਾਮਪਲ, ਵੈਸੇ ਤਾਂ ਹੈ ਤਾਂ ਇੰਨਾ ਕਿ 97 ਮਹਿਕਮੇ ਇੱਦਾਂ ਦੇ ਆ ਜਿਹੜੇ ਸੈਂਟਰ ਗੌਰਮੈਂਟ ਦੇ ਅੰਡਰ ਆਉਂਦੇ ਆ। 100 ਅਪਰੋਕਸੀਮੇਟਲੀ 100 ਸਬਜੈਕਟ ਇੱਦਾਂ ਦੇ ਆ ਜੋ ਸੈਂਟਰ ਗੌਰਮੈਂਟ ਦੇਖਦੀ ਹੈ। ਫਿਰ ਉਸ ਤੋਂ ਬਾਅਦ ਸਟੇਟ ਗੌਰਮੈਂਟ, ਰਾਜ ਸਰਕਾਰ ਇੱਦਾਂ ਦੀ ਹੈ ਜਿੰਨੇ 61, ਠੀਕ ਹੈ, ਅਪਰੋਕਸੀਮੇਟਲੀ 61 ਹੈ। ਜੇ ਰਾਈਟ ਦੱਸਣਾ ਤਾਂ 57 ਹੈ ਇਹ, ਠੀਕ ਹੈ ਜੀ। 57 ਜਿਹੜੇ ਇੱਦਾਂ ਦੇ ਮਹਿਕਮੇ ਨੇ ਜੋ ਸੈਂਟਰ ਸਰਕਾਰ ਦੇ ਅੰਡਰ ਆਉਂਦੇ ਨੇ। ਹੁਣ ਗੱਲ ਹੁੰਦੀ ਹੈ ਕੰਕਰੈਂਟ ਲਿਸਟ। ਕੰਕਰੈਂਟ ਲਿਸਟ ਕਿਹੜੀ ਹੁੰਦੀ ਹੈ ਜੀ? ਕੰਕਰੈਂਟ ਲਿਸਟ ਹੁੰਦੀ ਹੈ ਭਾਈ ਤੁਹਾਡੀ ਜਿਹੜੇ ਮਹਿਕਮੇ ਦੋਨਾਂ ਦੇ ਵਿੱਚ ਸਾਂਝੇ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ? ਕੰਕਰੈਂਟ ਲਿਸਟ ਕਿਹਾ ਜਾਂਦਾ ਹੈਗਾ। ਕੰਕਰੈਂਟ ਲਿਸਟ ਮਤਲਬ ਉਹ ਮਹਿਕਮੇ, ਮੈਂ ਅੱਗੇ ਤੁਹਾਨੂੰ ਸਾਰੀ ਲਿਸਟ ਹੀ ਦਿਖਾ ਦਿੰਦਾ ਉਹ ਕਿਹੜੇ ਕਿਹੜੇ ਮਹਿਕਮੇ ਨੇ ਅੱਗੇ ਜਿਹੜੇ ਹੈਗੇ ਨੇ। ਸਭ ਤੋਂ ਪਹਿਲਾਂ ਯੂਨੀਅਨ ਲਿਸਟ ਦੇ ਵਿੱਚ ਕਿਹੜੇ ਆ ਜਾਂਦੇ ਨੇ? ਰੇਲਵੇ ਸੈਂਟਰ ਦੇ ਅੰਦਰ ਆਉਂਦੀ ਆ, ਫੋਰਨ ਪਾਲਿਸੀ ਉਹ ਵੀ ਸੈਂਟਰ, ਸੈਂਸਸ ਜੇ ਕਰਾਉਣਾ ਸੈਂਟਰ ਨੇ, ਸਿਟੀਜ਼ਨਸ਼ਿਪ ਉਹ ਵੀ ਸੈਂਟਰ, ਡਿਫੈਂਸ ਆਰਮੀ 에ਅਰ ਫੋਰਸ ਨੇਵੀ ਵਗੈਰਾ ਉਹ ਵੀ ਸੈਂਟਰ ਦੇਖਦੀ ਹੈ, ਬਾਰ ਐਂਡ ਪੀਸ ਉਹ ਵੀ ਸੈਂਟਰ ਕਰਦਾ ਹੈ, ਫੋਰਨ ਲੋਨ ਵਗੈਰਾ ਉਹ ਵੀ ਸੈਂਟਰ ਦੇਖਦਾ ਹੈ, ਇਨਕਮ ਟੈਕਸ, ਬੈਂਕਿੰਗ, ਸ਼ੇਅਰ ਮਾਰਕੀਟਿੰਗ ਸਾਰੀਆਂ ਕੌਣ ਦੇਖਦਾ ਹੈ? ਮੋਦੀ ਹੋਰੇ ਦੇਖਦੇ ਨੇ, ਸੈਂਟਰ ਸਰਕਾਰ ਦੇਖਦੀ ਹੈ, ਠੀਕ ਹੈ ਜੀ। ਉਦੋਂ ਬਾਅਦ ਹੈ ਸਟੇਟ ਲਿਸਟ ਜਿਹਦੇ ਵਿੱਚ 61 ਸਬਜੈਕਟ ਆਉਂਦੇ ਨੇ। ਮੈਂ ਮੇਨ ਤੁਹਾਨੂੰ ਦੱਸਿਆ 61 ਤਾਂ ਬਹੁਤ ਜ਼ਿਆਦਾ ਲਿਖਣ ਪੈਂਦੇ ਨੇ, ਮੈਂ ਤੁਹਾਨੂੰ ਮੇਨ ਉਹ ਚੀਜ਼ਾਂ ਜਿਹੜੀਆਂ ਸਟੇਟ ਸਰਕਾਰ ਦੇ ਆਪਣੇ ਐਂ ਲਾ ਲਓ ਵੀ ਪੰਜਾਬ ਦੇ ਅੰਡਰ ਆਉਂਦੀਆਂ ਨੇ। ਲਾਅ ਐਂਡ ਆਰਡਰ ਮਤਲਬ ਕਿ ਪੁਲਿਸ ਡਿਪਾਰਟਮੈਂਟ, ਪਬਲਿਕ ਆਰਡਰ, ਲੋਕਲ ਗਵਰਨਮੈਂਟ, ਪਬਲਿਕ ਹੈਲਥ, ਮਾਰਕੀਟ ਐਂਡ ਫੇਅਰਸ, ਐਗਰੀਕਲਚਰ ਇੱਕ ਸਟੇਟ ਦਾ ਮੁੱਦਾ ਹੁੰਦਾ ਹੈਗਾ, ਲੈਂਡ ਰੈਵਨਿਊ, ਠੀਕ ਹੈ, ਐਨੀਮਲ, ਠੀਕ ਹੈ, ਪਸ਼ੂ ਪਾਲਣ ਵਿਭਾਗ ਜਿੰਨਾ ਵੀ ਹੈਗਾ, ਸੱਠੇਬਾਜ਼ੀ, ਠੀਕ ਹੈ, ਅਲਕੋਹਲ ਵਗੈਰਾ, ਸ਼ਰਾਬ ਵਗੈਰਾ ਦਾ, ਠੀਕ ਹੈ, ਉਹ ਸਾਰੀਆਂ ਚੀਜ਼ਾਂ ਕਿਹਦੇ ਅੰਡਰ ਆਉਂਦੀਆਂ ਨੇ? ਸਟੇਟ ਸਰਕਾਰ ਦੇ ਅੰਡਰ ਆਉਂਦੀਆਂ ਨੇ। ਹੁਣ ਕੰਕਰੈਂਟ ਲਿਸਟ ਕਿਹੜੀ ਹੁੰਦੀ ਆ? ਜਿਨ੍ਹਾਂ ਦੇ ਵਿੱਚ ਸਟੇਟ ਅਤੇ ਸੈਂਟਰ ਸਰਕਾਰ ਦੋਨੇ ਹਿੱਸੇਦਾਰ ਹੋਣ। ਹੁਣ ਐਜੂਕੇਸ਼ਨ ਡਿਪਾਰਟਮੈਂਟ ਦੋਨੇ ਹਿੱਸੇਦਾਰ ਹੈ। ਦੇਖੋ ਤੁਸੀਂ ਸਕੂਲਾਂ ਦੇ ਵਿੱਚ ਵੋਕੇਸ਼ਨਲ ਟੀਚਰ ਭਰਤੀ ਕੀਤੇ ਹੁੰਦੇ ਆ, ਤਾਂ ਵੋਕੇਸ਼ਨਲ ਟੀਚਰ ਕਿਹਦਾ ਪ੍ਰੋਜੈਕਟ ਹੈ? ਇੱਕ ਸੈਂਟਰ ਗੌਰਮੈਂਟ ਦਾ ਪ੍ਰੋਜੈਕਟ ਹੈ। ਸੈਂਟਰ ਗੌਰਮੈਂਟ ਨੇ ਉਹਨਾਂ ਨੂੰ ਤਨਖਾਹ ਦੇਣੀ ਆ। ਦੂਸਰਾ ਕੀ ਆ? ਪਾਪੂਲੇਸ਼ਨ ਕੰਟਰੋਲ ਐਂਡ ਫੈਮਿਲੀ ਪਲੈਨਿੰਗ। ਪਾਪੂਲੇਸ਼ਨ ਕੰਟਰੋਲ ਵਾਲਾ ਵੀ ਸਿਸਟਮ ਕੀ ਹੈ? ਸੈਂਟਰ ਤੇ ਸਟੇਟ ਸਰਕਾਰ ਦਾ ਹੀ ਹੁੰਦਾ ਹੈਗਾ। ਤੇ ਐਜੂਕੇਸ਼ਨ ਕੀ ਹੈ? ਸੈਂਟਰ ਤੇ ਸਟੇਟ ਸਰਕਾਰ ਹੀ ਦੇਖਦੀ ਹੈ, ਸੈਂਟਰ ਤੇ ਸਟੇਟ ਸਰਕਾਰ ਹੀ ਦੇਖਦੀ ਹੈ। ਕੁਝ ਟੀਚਰ ਇਦਾਂ ਦੇ ਹੁੰਦੇ ਨੇ ਜੋ ਸੈਂਟਰ ਦੁਆਰਾ ਭਰਤੀ ਕੀਤੇ ਜਾਂਦੇ ਨੇ, ਤੇ ਕੁਝ ਟੀਚਰ ਇਦਾਂ ਦੇ ਹੁੰਦੇ ਨੇ ਜੋ ਸਟੇਟ ਦੁਆਰਾ ਭਰਤੀ ਕੀਤੇ ਜਾਂਦੇ ਨੇ। ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ? ਐਜੂਕੇਸ਼ਨ ਕੰਕਰੈਂਟ ਲਿਸਟ ਕਿਹਾ ਜਾਂਦਾ ਗਾ। ਉਸ ਤੋਂ ਬਾਅਦ ਹੈ ਪਾਪੂਲੇਸ਼ਨ ਕੰਟਰੋਲ ਕਰਨਾ ਜਾਂ ਫੈਮਿਲੀ ਪਲੈਨਿੰਗ ਕਰਨਾ, ਉਹ ਵੀ ਕਿਹਦੇ ਦੁਆਰਾ ਕੀਤੀ ਜਾਊਗੀ? ਸੈਂਟਰ ਤੇ ਸਟੇਟ ਦੋਨੇ ਭਾਗੀਦਾਰ ਹੋਣਗੇ, ਠੀਕ ਹੈ। ਵਣ ਵਿਭਾਗ ਵੀ ਕਿਹਦੇ ਦੁਆਰਾ ਦੇਖਿਆ ਜਾਂਦਾ ਜੀ? ਸੈਂਟਰ ਤੇ ਸਟੇਟ ਦੁਆਰਾ ਦੇਖਿਆ ਜਾਂਦਾ ਜੀ। ਇੰਡੀਅਨ ਪੈਨਲ ਕੋਡ, ਠੀਕ ਹੈ ਜੀ। ਇੱਕ ਹੁੰਦਾ ਹੈਗਾ ਐਡਮਿਨਿਸਟ੍ਰੇਸ਼ਨ ਐਂਡ ਡਿਸਟ੍ਰਿਕਟ, ਕਚੂੰਬਰ ਕੋਰਟ ਜਿਹਨੂੰ ਕਹਿੰਦੇ ਨੇ, ਕਚੂੰਬਰ ਕੋਰਟ ਇੱਕ ਮਹੀਨੇ ਦੇ ਵਿੱਚ ਉਹਨੇ ਫੈਸਲਾ ਸੁਣਾਉਣਾ ਹੁੰਦਾ ਹੈਗਾ, ਠੀਕ ਹੈ ਜੀ। ਤਾਂ ਇੱਕ ਉਹ ਕੀ ਹੁੰਦਾ ਹੈਗਾ? ਕਚੂੰਬਰ ਕੋਰਟ ਹੁੰਦਾ ਹੈਗਾ, ਠੀਕ ਹੈ। ਉਹ ਹਰੇਕ ਡਿਸਟ੍ਰਿਕਟ ਦੇ ਵਿੱਚ ਅਵੇਲੇਬਲ ਹੁੰਦਾ ਹੈਗਾ, ਹਰੇਕ ਡਿਸਟ੍ਰਿਕਟ ਦੇ ਵਿੱਚ ਹੁੰਦਾ ਹੈਗਾ। ਉਸ ਤੋਂ ਬਾਅਦ IPC ਇੰਡੀਅਨ ਪੈਨਲ ਕੋਡ, ਜਿਹੜੀਆਂ ਧਾਰਾਂ ਲੱਗਦੀਆਂ ਨੇ ਨਾ, ਧਾਰਾਂ, ਠੀਕ ਹੈ ਨਾ। IPC 420 ਲੱਗ ਗਈ, 302, 307, ਹੈ ਨਾ। ਉਹਨਾਂ ਨੂੰ ਕੀ ਕਹਿੰਦੇ ਆ? ਇੰਡੀਅਨ ਪੈਨਲ ਕੋਡ। ਉਹ ਕਿੰਨੀਆਂ ਨੇ? 528 ਨੇ ਜੀ ਆਪਣੀਆਂ। CRPC ਕ੍ਰਿਮੀਨਲ ਪ੍ਰੋਡਿਊਸਰ ਕੋਡ ਜਿਹੜੇ ਹੈਗੇ ਨੇ ਉਹ ਕਿੰਨੇ ਨੇ? 328 ਨੇ ਆਪਣੇ, ਠੀਕ ਹੈ ਜੀ। ਤਾਂ ਉਹ ਕਿੰਨੇ ਨੇ? 328 ਨੇ। ਸੋਸ਼ਲ ਇਕੋਨਮੀ ਪਲੈਨਿੰਗ ਵਗੈਰਾ ਇਹ ਵੀ ਕਰਨਾ ਕਿਹਦੀ ਹੈ ਜੀ? ਕੰਕਰੈਂਟ ਲਿਸਟ ਦੇ ਵਿੱਚ। ਨਿਊਜ਼ਪੇਪਰ ਇਹ ਵੀ ਕੰਕਰੈਂਟ ਲਿਸਟ ਦੇ ਵਿੱਚ। ਇਲੈਕਟ੍ਰੀਸਿਟੀ ਜਿੰਨਾ ਵੀ ਹੈਗਾ ਉਹ ਵੀ ਕਿਹਦੇ ਅੰਡਰ ਆਉਂਦਾ ਗਾ? ਆਪਣੇ ਦੋਨਾਂ ਹਿੱਸੇ ਆਉਂਦਾ, ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਹਿੱਸੇ ਆਉਂਦਾ। ਉਸ ਤੋਂ ਬਾਅਦ ਹੈ ਜੀ 8ਵੇਂ ਸ਼ਡਿਊਲ ਦੇ ਵਿੱਚ ਕੀ ਕੀਤਾ ਗਿਆ ਸੀ? ਭਾਸ਼ਾ, ਲੈਂਗੁਏਜ। ਪਹਿਲਾਂ ਕਿੰਨੀਆਂ ਸੀਗੀਆਂ? 14 ਸੀਗੀਆਂ। ਫਿਰ ਹੁਣ ਕਿੰਨੀਆਂ ਹੋ ਗਈਆਂ ਜੁੜ ਕੇ? 22 ਹੋ ਗਈਆਂ ਜੀ। ਕਿੰਨੀਆਂ ਜੁੜ ਗਈਆਂ? 8 ਭਾਸ਼ਾ ਹੋਰ ਜੁੜ ਕੇ ਕਿੰਨੀਆਂ ਹੋ ਗਈਆਂ ਜੀ? 22 ਹੋ ਗਈਆਂ ਨੇ ਜੀ। ਅੱਛਾ, ਸਭ ਤੋਂ ਪਹਿਲਾਂ 21ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 1967 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਗਿਆ ਸੀ? ਸਿੱਧੀ ਜਿਹੜੀ ਲੈਂਗੁਏਜ ਆ ਉਹਨੂੰ ਜੋੜਿਆ ਗਿਆ ਸੀ। ਫਿਰ 1971 ਦੇ ਵਿੱਚ ਇੱਕ ਸੰਵਿਧਾਨ ਸੰਸ਼ੋਧਨ 71ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 1992 ਦੇ ਵਿੱਚ, ਜਿਹਦੇ ਵਿੱਚ ਨੇਪਾਲੀ, ਮਣੀਪੁਰੀ, ਕੋਕੜੀ ਭਾਸ਼ਾ ਨੂੰ ਜੋੜਿਆ ਗਿਆ ਸੀ। ਫਿਰ ਉਸ ਦੇ ਵਿੱਚ ਹੋਇਆ ਸੀਗਾ 92ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 2003 ਦੇ ਵਿੱਚ, ਜਿਹਦੇ ਵਿੱਚ ਬੋਡੋ, ਡੋਗਰੀ, ਮੈਥਲੀ, ਸੈਥਲੀ ਭਾਸ਼ਾ ਨੂੰ
ਜੋੜਿਆ ਗਿਆ ਸੀ। ਇਹ ਸਾਰੀਆਂ ਜਿਹੜੀਆਂ ਭਾਸ਼ਾ ਸੀਗੀਆਂ ਇਹਦੇ ਵਿੱਚ ਜੋੜੀਆਂ ਗਈਆਂ ਸੀ। ਤਾਂ ਭਾਸ਼ਾ ਨੂੰ ਡੀਲ ਕਿਹੜਾ ਸ਼ਡਿਊਲ ਕਰਦਾ ਹੈਗਾ? ਉਹ ਕਰਦਾ ਜੀ ਤੁਹਾਡਾ 8ਵਾਂ ਸ਼ਡਿਊਲ। ਤਾਂ ਜ਼ਰੂਰ ਯਾਦ ਰੱਖਿਓ ਅਨੁਸੂਚੀ ਕਿਹੜੀ ਹੈ ਜੀ? ਇਹ 8ਵੀਂ ਹੈ ਜੀ। ਉਸ ਤੋਂ ਬਾਅਦ 9ਵੀਂ ਅਨੁਸੂਚੀ ਕੀ ਕਰਦੀ ਹੈ ਕਿ ਜਿਹੜੀ ਲੈਂਡ ਰਿਫਾਰਮ, ਭੂਮੀ ਸੁਧਾਰ ਜਿੰਨੇ ਵੀ ਹੁੰਦੇ ਨੇ, ਸੰਵਿਧਾਨ ਸੰਸ਼ੋਧਨ, ਪਹਿਲਾ ਸੰਵਿਧਾਨ ਸੰਸ਼ੋਧਨ ਹੋਇਆ ਸੀ 1951 ਦੇ ਵਿੱਚ, ਜਿਹਦੇ ਵਿੱਚ ਕੀ ਕੀਤਾ ਗਿਆ ਸੀਗਾ? ਭੂਮੀ ਸੁਧਾਰ, ਲੈਂਡ ਰਿਫਾਰਮ ਨੂੰ ਲਿਆਤਾ ਗਿਆ ਸੀ। ਉਹ ਕਿਹੜੀ ਸੂਚੀ ਦੇ ਵਿੱਚ ਆਉਂਦਾ ਹੈਗਾ? ਉਹ 9ਵੀਂ ਸੂਚੀ ਦੇ ਵਿੱਚ ਆਉਂਦਾ। 10ਵੀਂ ਅਨੁਸੂਚੀ ਦੇ ਵਿੱਚ ਕੀ ਆਉਂਦਾ ਹੈਗਾ ਜੀ? ਐਂਟੀ ਡਿਫੈਕਸ਼ਨ ਲਾਅ। ਹੁਣ ਮੈਂ ਸਮਝਾਉਣਾ ਵੀ ਐਂਟੀ ਡਿਫੈਕਸ਼ਨ ਲਾਅ ਹੁੰਦਾ ਕੀ ਹੈ। ਇਹਨੂੰ ਕਹਿੰਦੇ ਆ ਦਲ ਬਦਲੂ ਕਾਨੂੰਨ। ਠੀਕ ਹੈ ਜੀ, ਦਲ ਬਦਲੂ। ਦਲ ਬਦਲੂ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ। ਹਾਂਜੀ, ਇੱਕ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ ਸੀ ਬੰਦਾ ਸੁਖਪਾਲ ਖਹਿਰਾ। ਠੀਕ ਹੈ ਜੀ, ਸੁਖਪਾਲ ਖਹਿਰਾ। ਹੁਣ ਆਮ ਆਦਮੀ ਪਾਰਟੀ ਨੇ ਪਹਿਲਾਂ ਉਹਨੂੰ ਵਿਰੋਧੀ ਧਿਰ ਦਾ ਨੇਤਾ ਬਣਾਤਾ। ਨੇਤਾ ਬਣਾਉਣ ਤੋਂ ਬਾਅਦ ਉਸ ਬੰਦੇ ਨੂੰ ਬਾਅਦ 'ਚ ਵਿਰੋਧੀ ਧਿਰ ਦੇ ਨੇਤੇ ਤੋਂ ਹਟਾ ਦਿੱਤਾ। ਉਹ ਬੰਦੇ ਨੂੰ ਆਇਆ ਗੁੱਸਾ, ਉਹਨੇ ਕੀ ਕੀਤਾ? ਪਾਰਟੀ ਛੱਡਤੀ ਤੇ ਆਪਦੀ ਹੋਰ ਪਾਰਟੀ ਬਣਾ ਲਈ। ਠੀਕ ਹੈ ਜੀ, ਹੋਰ ਪਾਰਟੀ ਬਣਾ ਲਈ। ਉਹਨੂੰ ਕੀ ਕਿਹਾ ਜਾਂਦਾ ਹੈ? ਦਲ ਬਦਲੂ ਕਾਨੂੰਨ। ਵੀ ਇਹ ਕਿਸੇ ਬੰਦਾ ਇੱਕ ਥਾਂ ਤੇ ਖੜਨ ਵਾਲਾ ਨਹੀਂ। ਠੀਕ ਹੈ, ਇਹ ਲਾਈ ਲੱਗ ਜਾ ਬੰਦਾ ਹੈ, ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ? ਦਲ ਬਦਲੂ ਕਾਨੂੰਨ। ਪਾਰਟੀ ਦੇ ਵਿੱਚ ਪਾਰਟੀ ਨੂੰ ਜਿਹੜਾ ਬੰਦਾ ਛੱਡਦਾ ਜਾਂ ਜਿਹੜਾ ਬੰਦਾ ਕਿਸੇ ਹੋਰ ਏਜੰਡੇ ਤੇ ਜਿੱਤਿਆ ਸੀ ਉਦੋਂ ਬਾਅਦ ਕਿਸੇ ਹੋਰ, ਜਾਂ ਜਿਵੇਂ ਹੁਣ ਕੀ ਆ, ਹੁਣ ਉਹ ਕਾਂਗਰਸ ਦੇ ਵਿੱਚ ਚਲਾ ਗਿਆ, ਦਲ ਬਦਲੂ। ਇੱਕ ਪਾਰਟੀ ਨੂੰ ਛੱਡ ਕੇ, ਜਿਹੜੀ ਪਾਰਟੀ ਦੇ ਨਿਸ਼ਾਨ ਤੇ ਜਿੱਤਿਆ ਸੀ ਉਹਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਣਾ, ਉਹਨੂੰ ਕੀ ਕਿਹਾ ਜਾਂਦਾ ਹੈਗਾ? ਦਲ ਬਦਲੂ ਕਾਨੂੰਨ ਜਾਂ ਐਂਟੀ ਡਿਫੈਕਸ਼ਨ ਲਾਅ। ਇਹ ਸੂਚੀ ਕਿਹੜੀ ਦੇ ਵਿੱਚ ਆਉਂਦਾ ਸੀਗਾ? 10 ਦੇ ਵਿੱਚ ਆਉਂਦਾ ਸੀ। 11ਵੀਂ ਦੇ ਵਿੱਚ ਕੀ ਆਉਂਦਾ ਸੀਗਾ? ਪਾਵਰ ਆਫ ਪੰਚਾਇਤ। ਜਿੰਨੀ ਵੀ ਪੰਚਾਇਤੀ ਸ਼ਕਤੀਆਂ ਸੀਗੀਆਂ, 12 ਸਬਜੈਕਟ ਨੇ ਜੀ ਪੰਚਾਇਤੀ ਸ਼ਕਤੀਆਂ ਦੇ। ਇਹ ਮੈਂ ਕਰਵਾਵਾਂਗੇ ਤੁਹਾਨੂੰ, ਪੰਚਾਇਤੀ ਵਾਲਾ ਟੌਪਿਕ ਵੀ ਆਪਣੇ ਵਾਸਤੇ ਜ਼ਰੂਰੀ ਹੈ। ਮਿਊਨਿਸਪਲ ਕਾਰਪੋਰੇਸ਼ਨ ਤੇ ਪੰਚਾਇਤੀ ਰਾਜ, ਇਹ ਮੈਂ ਤੁਹਾਨੂੰ ਜ਼ਰੂਰ ਕਰਵਾਵਾਂਗਾ। ਤਾਂ ਇਹ ਜਿਹੜਾ ਹੈਗਾ ਜੀ 11ਵੀਂ ਸੂਚੀ ਦੇ ਵਿੱਚ ਆਉਂਦਾ ਹੈਗਾ। 12ਵੀਂ ਸੂਚੀ ਦੇ ਵਿੱਚ ਆਉਂਦਾ ਹੈਗਾ ਤੁਹਾਡਾ ਪਾਵਰ ਆਫ ਮਿਊਨਿਸਪਲ। ਇਹ ਜਿਹੜਾ ਹੈਗਾ ਪੰਚਾਇਤੀ ਰਾਜ 1993 ਦੇ ਵਿੱਚ ਸਟਾਰਟ ਕੀਤਾ ਗਿਆ ਸੀ। ਰਾਜਸਥਾਨ ਦਾ ਇੱਕ ਰਜੌਰੀ ਡਿਸਟ੍ਰਿਕਟ ਸੀ ਸਭ ਤੋਂ ਪਹਿਲਾਂ ਜਿੱਥੇ ਸਟਾਰਟ ਹੋਇਆ ਸੀ। ਤੇ ਜਿਹੜਾ ਹੈਗਾ ਆਪਣਾ ਮਿਊਨਿਸਪਲ ਜਿਹੜਾ ਹੈਗਾ ਮਦਰਾਸ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਪਹਿਲਾਂ ਸਟਾਰਟ ਹੋਇਆ ਸੀਗਾ। ਇਹ ਜ਼ਰੂਰ ਯਾਦ ਰੱਖਣਾ। ਦੋਨਾਂ ਦੀ ਅਮੈਂਡਮੈਂਟ ਕਿੰਨੀ ਹੈ? 73 ਅਮੈਂਡਮੈਂਟ ਹੋਈ ਸੀਗੀ 1993 ਦੇ ਵਿੱਚ। ਠੀਕ ਹੈ, 74 ਅਮੈਂਡਮੈਂਟ ਹੋਈ ਸੀ 1993 ਦੇ ਵਿੱਚ। ਇਹ ਸਾਰੀਆਂ ਆਪਣੀਆਂ ਕੀ ਸੀਗੀਆਂ? ਅਨੁਸੂਚੀਆਂ ਸੀਗੀਆਂ। ਤਾਂ ਸਭ ਤੋਂ ਪਹਿਲਾ ਆਰਟੀਕਲ ਜਿਹੜਾ ਹੈਗਾ ਆਪਣਾ ਹੁਣ ਆਇਆ ਜੀ, ਪਾਰਟ ਪਹਿਲੇ ਦੇ ਵਿੱਚ ਯੂਨੀਅਨ ਐਂਡ ਟੈਰੀਟਰੀ। ਆਪਾਂ ਪਹਿਲਾ ਆਰਟੀਕਲ ਸਾਰਾ ਕਰ ਲੈਂਦੇ ਆ, ਉਸ ਤੋਂ ਬਾਅਦ ਜਿਹੜੇ ਹੈਗੇ ਆ ਨੈਕਸਟ ਅੱਗੇ ਕਰ ਲਾਂਗੇ। ਪਾਰਟ ਪਹਿਲਾ ਕਰ ਲੈਂਦੇ ਸਾਰਾ। ਪਾਰਟ ਪਹਿਲੇ ਦੇ ਵਿੱਚ ਕੀ ਹੈ ਜੀ? ਯੂਟੀ ਐਂਡ ਟੈਰੀਟਰੀ, ਰਾਜ ਐਂਡ ਰਾਜ ਖੇਤਰ। ਆਰਟੀਕਲ ਕਿੰਨੇ ਤੋਂ ਕਿੰਨੇ ਆ ਜੀ? ਆਰਟੀਕਲ 1 ਤੋਂ ਲੈ ਕੇ 4 ਤੱਕ ਡੀਲ ਕਰਦਾ ਹੈ। ਆਰਟੀਕਲ 1 ਕੀ ਕਹਿੰਦਾ ਹੈਗਾ? ਭਾਰਤ ਰਾਜਾਂ ਦਾ ਸੰਘ ਹੈ। ਭਾਰਤ ਦੇ ਕੀ ਹੈ? ਇੱਕ ਭਾਰਤ ਹੈ ਜੀ। ਭਾਰਤ ਦੇ ਵਿੱਚ 28 ਰਾਜ ਪੈਂਦੇ ਨੇ। ਇਹਨੂੰ ਕੀ ਕਿਹਾ ਜਾਂਦਾ? ਭਾਰਤ ਰਾਜਾਂ ਦਾ ਸੰਘ ਹੈ। ਆ ਮੈਂ ਹੁਣ ਅੰਗਰੇਜ਼ੀ 'ਚ ਵੀ ਦੱਸਦਾ। ਇੰਡੀਆ ਦੈਟ ਇਜ਼ ਭਾਰਤ, ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਯੂਨੀਅਨ ਆਫ ਸਟੇਟ। ਭਾਰਤ ਰਾਜਾਂ ਦਾ, ਰਾਜੋਂ ਕਾ ਸੰਘ ਹੈ ਜਾਂ ਰਾਜਾਂ ਦਾ ਸੰਘ ਹੈ। ਠੀਕ ਹੈ ਨਾ। ਤਾਂ ਆਰਟੀਕਲ ਕਿਹੜਾ ਕਹਿੰਦਾ? ਇੱਕ ਕਹਿੰਦਾ। ਬੜਾ ਸੌਖਾ ਜੀ, ਹੈ ਨਾ। ਆਰਟੀਕਲ ਸਭ ਕਲੋਜ਼ ਨਹੀਂ ਕਰਨੇ। ਮੈਂ ਤੁਹਾਨੂੰ ਪਹਿਲਾਂ ਕਹਿਣਾ ਆਹ ਨਹੀਂ ਕਰਨ ਦਾ, ਇਹ ਤੁਹਾਡੇ ਕੰਮ ਦੇ ਨਹੀਂ ਹੈਗੇ। ਅੱਗੇ ਦੇਖਦੇ ਆਪਾਂ। ਫਿਰ ਆਰਟੀਕਲ ਦੂਜਾ ਕਹਿੰਦਾ ਵੀ, ਆਰਟੀਕਲ ਦੂਜਾ ਕੀ ਕਹਿੰਦਾ ਹੈ? ਕਹਿੰਦਾ ਵੀ ਦੇਖੋ 1966 ਦੇ ਵਿੱਚ ਕਹਿੰਦਾ ਵੀ ਹਰਿਆਣਾ ਬਣਿਆ ਸੀਗਾ ਪੰਜਾਬ ਤੋਂ ਅਲੱਗ ਹੋ ਕੇ, ਹੈ ਨਾ। 1966 ਦੇ ਵਿੱਚ ਹਰਿਆਣਾ ਬਣਿਆ ਸੀ, 66 ਹੋ ਕੇ 1966 ਦੇ ਵਿੱਚ ਹਰਿਆਣਾ ਅਲੱਗ ਬਣਿਆ ਸੀ ਸਟੇਟ ਪੰਜਾਬ ਤੋਂ ਅਲੱਗ ਹੋ ਕੇ। ਤਾਂ ਉਹਨਾਂ ਨੂੰ ਅਧਿਕਾਰ ਸੀ ਆਪਣਾ ਜਿਹੜਾ ਹੈਗਾ ਇੱਕ ਨਵੀਂ ਸਟੇਟ ਬਣਾਉਣ ਦਾ। ਆਰਟੀਕਲ ਦੂਜਾ ਇਹੀ ਚੀਜ਼ ਦੱਸਦਾ। ਆਰਟੀਕਲ ਦੂਜਾ ਕੀ ਕਰ ਸਕਦਾ ਹੈ? ਇੱਕ ਨਵੇਂ ਖੇਤਰ ਦਾ ਨਿਰਮਾਣ, ਇੱਕ ਨਵੀਂ ਸਟੇਟ ਦਾ ਨਿਰਮਾਣ ਤੁਸੀਂ ਆਰਟੀਕਲ ਦੂਜੇ ਦੇ ਆਧਾਰ ਤੇ ਤੁਸੀਂ ਕੀ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਕਿ ਇੱਕ ਬਿੱਲ ਸੰਸਦ ਦੇ ਵਿੱਚ ਲਿਆਉਣਾ ਪਊਗਾ। ਉਸ ਬਿੱਲ ਤੇ ਬਹਿਸ ਹੋਊਗੀ, ਵੋਟਾਂ ਹੋਣਗੀਆਂ। ਜਦੋਂ ਬਿੱਲ ਪਾਸ ਹੋ ਗਿਆ ਤਾਂ ਤੁਸੀਂ ਨਵੀਂ ਸਟੇਟ ਬਣਾ ਸਕਦੇ ਹੋ। ਆਰਟੀਕਲ ਪਹਿਲਾਂ ਕੀ ਕਹਿੰਦਾ ਸੀਗਾ? ਭਾਰਤ ਰਾਜਾਂ ਦਾ ਸੰਘ ਹੈ। ਆਰਟੀਕਲ ਪਹਿਲਾ ਭਾਰਤ ਕੀ ਹੈ? ਇੱਕ ਰਾਜਾਂ ਦਾ ਸੰਘ ਹੈ। ਆਰਟੀਕਲ ਦੂਜਾ ਕੀ ਕਹਿੰਦਾ ਹੈ? ਆਰਟੀਕਲ ਦੂਜਾ ਕਹਿੰਦਾ ਕਿ ਨਵੇਂ ਖੇਤਰ ਦਾ ਜਾਂ ਨਵੀਂ ਸਟੇਟ ਦਾ ਨਿਰਮਾਣ ਤੁਸੀਂ ਕਰ ਸਕਦੇ ਹੋ। ਬੜਾ ਸੌਖਾ। ਤੀਜਾ ਆਰਟੀਕਲ ਦੇਖੋ। ਫਿਰ ਜਦੋਂ ਤੁਸੀਂ ਨਵੇਂ ਸਟੇਟ ਦਾ ਨਿਰਮਾਣ ਕਰੋਗੇ,
ਜਦੋਂ ਉਹ ਬਿੱਲ ਤੁਸੀਂ ਬਣਾਓਗੇ ਤਾਂ ਉਹ ਬਿੱਲ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣੀਆਂ, ਉਹ ਸਾਰਾ ਆਰਟੀਕਲ 3 ਦੇ ਵਿੱਚ ਲਿਖਿਆ ਹੋਇਆ। ਉਹ ਕਹਿੰਦਾ ਜਦੋਂ ਤੁਸੀਂ ਨਵੀਂ ਸਟੇਟ ਬਣਾਓਗੇ ਤਾਂ ਨਵੀਂ ਸਟੇਟ ਦੇ ਵਿੱਚ ਕੀ ਆ, 5 ਭਾਗ ਨੇ। ਕਹਿੰਦਾ ਫਾਰਮੇਸ਼ਨ ਆਫ ਨਿਊ ਸਟੇਟ, ਨਵੇਂ ਸਟੇਟ ਦਾ ਗਠਨ ਤੁਸੀਂ ਕਰਨ ਜਾ ਰਹੇ ਹੋ। ਨੰਬਰ 2 ਤੇ ਇਨਕਰੀਜ਼ ਦਾ ਏਰੀਆ, ਖੇਤਰ ਨੂੰ ਕਿੰਨਾ ਵਧਾਉਣਾ ਹੈ, ਕਿਹੜੇ ਖੇਤਰ ਨਾਲ ਜਿਹੜਾ ਹੈਗਾ ਕਿੱਥੋਂ ਕਿੱਥੋਂ ਤੱਕ ਤੁਹਾਡਾ ਖੇਤਰ ਹੋਵੇਗਾ, ਠੀਕ ਹੈ ਜੀ। ਉਹ ਡਿਸਾਈਡ ਕਰਨਾ ਹੈ ਵੀ ਇੰਨੇ ਵਰਗ ਦੇ ਵਿੱਚ ਸਾਡਾ ਜਿਹੜੇ ਹੈਗੇ ਆ ਜਿਹੜਾ ਏਰੀਆ ਜਿਹੜਾ ਹੈਗਾ ਹਰਿਆਣੇ ਦਾ ਜਾਂ ਪੰਜਾਬ ਦਾ ਹੋਵੇਗਾ। ਨੰਬਰ 3 ਫਿਰ ਉਸ ਤੋਂ ਬਾਅਦ ਡਿਕਰੀਜ਼ ਦਾ ਏਰੀਆ, ਜੇ ਕੋਈ ਦੂਸਰੀ ਸਟੇਟ ਜਿਹੜੀ ਹੈਗੀ ਆ ਭਾਈ ਐਲੀਗੇਸ਼ਨ ਲਾਉਂਦੀ ਹੈ ਤੁਹਾਡਾ ਏਰੀਆ ਘਟਾਉਣ ਵਧਾਉਣ ਵਾਲਾ ਵੀ ਹੋਣਾ ਚਾਹੀਦਾ, ਤਾਂ ਜੋ ਕੀ ਹੈ ਉਹਨੂੰ ਘਟਾਇਆ ਵਧਾਇਆ ਜਾ ਸਕੇ। ਨੰਬਰ 4 ਤੇ ਕੀ ਹੈ, ਠੀਕ ਹੈ ਜੀ, ਨੰਬਰ ਆਲਟਰਨੇਟਿਵ ਆਫ ਦੀ ਬਾਉਂਡਰੀ। ਫਿਰ ਤੁਹਾਨੂੰ ਇਹ ਚੀਜ਼ਾਂ ਵੀ ਦੱਸਣੀਆਂ ਪੈਣਗੀਆਂ ਕਿ ਤੁਹਾਡੀ ਜਿਹੜੀ ਤੁਸੀਂ ਸਟੇਟ ਬਣਾ ਰਹੇ ਹੋ ਉਹ ਕਿਹੜੀਆਂ ਹੋਰ ਅਦਰ ਸਟੇਟਾਂ ਜਾਂ ਬਾਉਂਡਰੀ ਦੇ ਨਾਲ ਸ਼ੇਅਰ ਹੁੰਦੀ ਹੈ, ਇੰਟਰਨੈਸ਼ਨਲ ਬਾਉਂਡਰੀ ਜਾਂ ਸਟੇਟ ਬਾਉਂਡਰੀ ਦੇ ਨਾਲ ਸ਼ੇਅਰ ਹੁੰਦੀ ਹੈ। ਤੁਹਾਨੂੰ ਉਹ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਉਸ ਬਿੱਲ ਦੇ ਵਿੱਚ ਲਿਖਣੀਆਂ ਪੈਣਗੀਆਂ। 5th ਤੇ ਕੀ ਹੈ, ਫਿਰ ਉਸ ਸਟੇਟ ਦਾ ਤੁਸੀਂ ਨਾਮ ਵੀ ਦੱਸੋਗੇ ਵੀ ਅਸੀਂ ਆਹ ਸਟੇਟ ਬਣਾਉਣਾ ਚਾਹੁੰਦੇ ਆ। ਇਹ ਜਿਹੜੇ 5 ਫੈਕਟ ਸੀਗੇ ਇਹ ਕਿਹਦੇ ਵਿੱਚ ਦੱਸੇ ਸੀਗੇ, ਆਰਟੀਕਲ 3 ਦੇ ਵਿੱਚ ਦੱਸੇ ਸੀ, ਠੀਕ ਹੈ। ਆਰਟੀਕਲ ਪਹਿਲਾ ਕੀ ਦੱਸਦਾ ਹੈਗਾ, ਆਰਟੀਕਲ ਪਹਿਲਾ ਦੱਸਦਾ ਹੈ ਭਾਰਤ ਰਾਜਾਂ ਦਾ ਸੰਘ ਹੈ। ਆਰਟੀਕਲ ਦੂਜਾ ਕੀ ਦੱਸਦਾ ਹੈ, ਆਰਟੀਕਲ ਦੂਜਾ ਦੱਸਦਾ ਕਿ ਨਵੀਂ ਸਟੇਟ ਆਪਾਂ ਬਣਾ ਸਕਦੇ ਹਾਂ, ਨਵਾਂ ਖੇਤਰ ਦਾ ਨਿਰਮਾਣ ਕਰ ਸਕਦੇ ਹਾਂ। ਆਰਟੀਕਲ ਤੀਜਾ ਕੀ ਕਹਿੰਦਾ ਹੈ ਕਿ ਜਦੋਂ ਤੁਸੀਂ ਨਵੇਂ ਖੇਤਰ ਦਾ ਨਿਰਮਾਣ ਬਣਾਉਣਾ ਹੈ ਉਹਦਾ ਏਰੀਆ ਘਟਣ ਵਧਣ ਵਾਲਾ ਹੋਣਾ ਚਾਹੀਦਾ ਹੈ। ਉਸ ਏਰੀਏ ਦਾ ਇਹ ਦੱਸਣਾ ਚਾਹੀਦਾ ਵੀ ਤੁਸੀਂ ਕਿਹੜੀ ਇੰਟਰਨੈਸ਼ਨਲ ਬਾਉਂਡਰੀ ਨਾਲ ਜਾਂ ਨੈਸ਼ਨਲ ਬਾਉਂਡਰੀ ਨਾਲ ਤੁਸੀਂ ਟੱਚ ਕਰੋਗੇ, ਉਹ ਵੀ ਤੁਹਾਨੂੰ ਦੱਸਣਾ ਪੈਣਾ ਹੈ। ਇੱਕ ਦੱਸਣਾ ਪੈਣਾ ਕਿ ਜਿਹੜੀ ਤੁਸੀਂ ਨਵੀਂ ਸਟੇਟ ਬਣਾ ਰਹੇ ਹੋ ਉਹਦਾ ਨਾਮ ਕੀ ਹੋਵੇਗਾ, ਇਹ ਵੀ ਤੁਹਾਡਾ ਜਿਹੜਾ ਹੈਗਾ ਕਲੀਅਰ ਕਰਨਾ ਪੈਣਾ। 3 ਆਰਟੀਕਲ ਕਲੀਅਰ ਹੋ ਗਏ। ਚੌਥਾ ਪੜ੍ਹੋ ਜੀ ਹੁਣ, ਆਰਟੀਕਲ ਚੌਥਾ, ਠੀਕ ਹੈ ਜੀ। ਆਰਟੀਕਲ ਚੌਥਾ ਕੀ ਕਹਿੰਦਾ ਹੈ, ਆਰਟੀਕਲ ਦੂਜਾ ਅਤੇ ਤੀਜੇ ਦੇ ਆਧਾਰ ਤੇ ਤੁਸੀਂ ਨਵੀਂ ਸਟੇਟ ਦਾ ਨਿਰਮਾਣ ਕਰ ਸਕਦੇ ਹੋ। ਭਾਸ਼ਾ ਦੇ ਆਧਾਰ ਤੇ ਤੁਸੀਂ ਨਵੀਂ ਸਟੇਟ ਦਾ ਨਿਰਮਾਣ ਕਰ ਸਕਦੇ ਹੋ। ਇਹ ਸਾਰੀਆਂ ਉਹ ਸਟੇਟਾਂ ਹੁਣ ਨੇ ਜੀ ਜਿਹਨਾਂ ਦਾ ਨਿਰਮਾਣ ਕੀਤਾ ਗਿਆ ਸੀਗਾ ਭਾਸ਼ਾ ਦੇ ਆਧਾਰ ਤੇ। ਨਵੇਂ ਗਠਨ ਜਿਹੜੇ ਬਣੇ ਨੇ, ਆਂਧਰਾ ਪ੍ਰਦੇਸ਼ ਬਣਿਆ ਸੀ 1953 ਦੇ ਵਿੱਚ, 1956 ਦੇ ਵਿੱਚ ਕੇਰਲਾ ਬਣਿਆ ਜੀ, 1960 ਦੇ ਵਿੱਚ ਮਹਾਰਾਸ਼ਟਰਾ, 1963 ਦੇ ਵਿੱਚ ਨਾਗਾਲੈਂਡ, 1966 ਦੇ ਵਿੱਚ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ, 1970 ਦੇ ਵਿੱਚ ਹਿਮਾਚਲ ਪ੍ਰਦੇਸ਼, 1972 ਦੇ ਵਿੱਚ ਮਣੀਪੁਰ ਤ੍ਰਿਪੁਰਾ ਮੇਘਾਲਿਆ, 1987 ਦੇ ਵਿੱਚ ਗੋਆ, 1975 ਦੇ ਵਿੱਚ ਸਿੱਕਮ, ਠੀਕ ਹੈ ਜੀ। ਉਸ ਤੋਂ ਬਾਅਦ 1986 ਦੇ ਵਿੱਚ ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਠੀਕ ਹੈ ਜੀ। ਇਹ ਸਾਰੇ ਬਣੇ ਸੀ। ਫਿਰ 2000 ਵਾਲੀਆਂ ਸਟੇਟਾਂ ਕਿਹੜੀਆਂ ਸੀਗੀਆਂ, 2000 ਦੇ ਵਿੱਚ ਕਿਹੜੀ ਬਣੀ ਸੀ, 1 ਨਵੰਬਰ ਛੱਤੀਸਗੜ੍ਹ, 9 ਨਵੰਬਰ ਉੱਤਰਾਖੰਡ, 15 ਨਵੰਬਰ ਝਾਰਖੰਡ ਬਣੀ ਸੀਗੀ, 24 ਜੂਨ 2014 ਨੂੰ ਤੇਲੰਗਾਨਾ ਬਣੀ ਸੀਗੀ, 31 ਅਕਤੂਬਰ 2019 ਨੂੰ ਆ ਯਾਦ ਰੱਖ ਲਿਓ, ਠੀਕ ਹੈ। ਆ 3 ਯਾਦ ਰੱਖ ਲਿਓ ਚਲੋ ਸਭ ਤੋਂ ਪਹਿਲਾਂ, ਠੀਕ ਹੈ। 24 ਜੂਨ 2014 ਨੂੰ ਤੇਲੰਗਾਨਾ, 31 ਅਕਤੂਬਰ 2019 ਜੰਮੂ ਐਂਡ ਕਸ਼ਮੀਰ ਐਂਡ ਲਦਾਖ, ਠੀਕ ਹੈ ਜੀ। 25 ਜਨਵਰੀ 2020 ਨੂੰ ਦਾਦਰ ਐਂਡ ਨਾਦਰ ਨੂੰ ਮਰਜ ਕਰਕੇ ਦਮਨ ਐਂਡ ਦੀਪ ਦੇ ਵਿੱਚ ਮਰਜ ਕਰ ਦਿੱਤਾ ਸੀ। ਇਹ ਸਾਰੀਆਂ ਆਪਣੀਆਂ ਆਰਟੀਕਲ 4 ਦੇ ਅਧੀਨ ਤੇ ਹੈਗੀਆਂ ਸੀ। ਹੁਣ ਮੈਂ ਤੁਹਾਨੂੰ ਦੁਬਾਰਾ ਆਰਟੀਕਲ ਸ਼ਾਰਟ ਦੇ ਵਿੱਚ ਦੱਸ ਦਿੰਦਾ। ਆਰਟੀਕਲ ਪਹਿਲਾ, ਠੀਕ ਹੈ ਜੀ, ਭਾਰਤ ਰਾਜਾਂ ਦਾ ਕੀ ਹੈ ਜੀ, ਇੱਕ ਸੰਘ ਹੈ, ਭਾਰਤ ਰਾਜਾਂ ਦਾ ਸੰਘ ਹੈ। ਆਰਟੀਕਲ ਦੂਜਾ, ਨਿਊ ਸਟੇਟ, ਨਵੀਂ ਸਟੇਟ ਦਾ ਨਿਰਮਾਣ ਕਰ ਸਕਦੇ ਹਾਂ। ਆਰਟੀਕਲ ਤੀਜਾ, ਆਰਟੀਕਲ ਤੀਜੇ ਦੇ ਵਿੱਚ ਕੀ ਹੈ, ਕਿਹੜੇ ਚੀਜ਼ਾਂ ਦੇ ਆਧਾਰ ਤੇ ਜਾਂ ਕਿਹੜੀਆਂ ਉਸ ਕੰਡੀਸ਼ਨ ਦੇ ਆਧਾਰ ਤੇ ਤੁਸੀਂ ਨਵੀਂ ਸਟੇਟ ਦਾ ਨਿਰਮਾਣ ਕਰ ਸਕਦੇ ਹੋ। ਆਰਟੀਕਲ ਚੌਥਾ, ਭਾਸ਼ਾ ਦੇ ਆਧਾਰ ਤੇ ਤੁਸੀਂ ਨਵੀਂ ਸਟੇਟ ਦਾ ਨਿਰਮਾਣ ਕਰ ਸਕਦੇ ਹੋ। ਤੇ ਭਾਸ਼ਾ ਦੇ ਆਧਾਰ ਤੇ ਜਿਹੜੀਆਂ ਸਟੇਟਾਂ ਬਣੀਆਂ ਨੇ ਉਹ ਤੁਹਾਡੇ ਸਾਹਮਣੇ ਨੇ। ਅੱਗੇ ਅਗਲੀ ਕਲਾਸ ਦੇ ਵਿੱਚ ਕਰਾਂਗੇ ਆਪਾਂ ਪਾਰਟ 2 ਸਿਟੀਜ਼ਨਸ਼ਿਪ, ਠੀਕ ਹੈ ਜੀ। ਇਹ ਤੁਹਾਡਾ ਜਿਹੜਾ ਹੈਗਾ ਥੋੜਾ ਜਿਹਾ ਰਹਿ ਗਿਆ, ਜ਼ਿਆਦਾ ਨਹੀਂ ਹੈਗਾ। 2 ਕਲਾਸਾਂ ਹੋਰ ਲਾਵਾਂਗੇ ਆਪਾਂ ਇਹਦੀਆਂ, ਤਾਂ ਸਾਰਾ ਜਿਹੜਾ ਹੈਗਾ ਤੁਹਾਡਾ ਜਿੰਨੇ ਵੀ 2 ਤੋਂ 3 ਨੰਬਰ ਦੀ ਜਿਹੜੀ ਪੋਲਿਟੀ ਆਊਗੀ ਤਾਂ ਸਾਰੀ ਕਵਰ ਅਪ ਹੋ ਜੂਗੀ। ਤਾਂ ਉਮੀਦ ਹੈ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋਵੇਗਾ। ਜੇ ਤੁਹਾਨੂੰ ਸੈਸ਼ਨ ਵਧੀਆ ਲੱਗਿਆ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ
ਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਲਾਈਕ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ, ਤਾਂ ਜੋ ਮੈਨੂੰ ਪਤਾ ਲੱਗਦਾ ਰਹੇ ਵੀ ਤੁਹਾਨੂੰ ਕਿੰਨਾ ਕੁ ਚੰਗਾ ਲੱਗਿਆ ਸੈਸ਼ਨ, ਹਨਾ। ਉਸ ਤੋਂ ਬਾਅਦ ਇੱਕ ਬੈਲ ਆਈਕਨ ਦਾ ਇੱਕ ਨਿਸ਼ਾਨ ਦਿਖਦਾ ਹੁੰਦਾ, ਉਹ ਸਾਰੇ ਜ਼ਰੂਰ ਪ੍ਰੈਸ ਕਰ ਲਿਓ। ਕਿਉਂਕਿ ਜਦੋਂ ਮੈਂ ਵੀਡੀਓ ਪਾਉਣਾ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਵੀਡੀਓ ਜਿਹੜੀ ਹੈਗੀ ਆ ਅਪਲੋਡ ਕੀਤੀ ਹੈ ਚੈਨਲ ਤੇ ਕਿ ਨਹੀਂ ਕੀਤੀ। ਜਦੋਂ ਮੈਂ ਵੀਡੀਓ ਪਾਵਾਂਗਾ ਤੁਹਾਡੇ ਕੋਲ ਘੰਟੀ ਜ਼ਰੂਰ ਵੱਜ ਜਾਊਗੀ ਵੀ ਪੰਜਾਬ ਅਕੈਡਮੀ ਆਨਲਾਈਨ ਦੇ ਚੈਨਲ ਦੇ ਉੱਤੇ ਆਹ ਵੀਡੀਓ ਜਿਹੜੀ ਹੈਗੀ ਆ ਅਪਡੇਟ ਹੋ ਗਈ ਹੈ, ਅਪਲੋਡ ਹੋ ਗਈ ਹੈ, ਤਾਂ ਤੁਸੀਂ ਕੀ ਹੈ ਨਾਲ ਦੀ ਨਾਲ ਉਸ ਦੇ ਉੱਪਰ ਵੀਡੀਓ ਨੂੰ ਦੇਖ ਸਕਦੇ ਹੋ। ਤਾਂ ਆਈ ਹੋਪ ਕਿ ਤੁਹਾਨੂੰ ਸੈਸ਼ਨ ਵਧੀਆ ਲੱਗਿਆ ਹੋਵੇਗਾ। ਓਕੇ ਜੀ, ਥੈਂਕ ਯੂ, ਧੰਨਵਾਦ।